ਧਰਮ ਰਾਏ, ਚਿੱਤਰਗੁਪਤ ਤੇ ਆਵਾਗਮਨ। ਰਚਨਹਾਰ ਕਰਤਾਰ ਦੇ ਵਿਸਥਾਰਕ ਗੁਣਾਂ ਵਿੱਚੋਂ ਨਾ ਵਰਣਨ ਕੀਤੇ ਜਾ ਸਕਣ ਵਾਲੇ ਗੁਣ ਨਾਨਾ ਪ੍ਰਕਾਰ ਦੇ ਹਨ। ਜਿੱਥੇ ਗੁਰਬਾਣੀ ਦੁਆਰਾ ਖੁੱਲ੍ਹਮ ਖੁੱਲ੍ਹਾ ਇਸ ਭੇਦ ਦਾ ਇਜ਼ਹਾਰ ਹੁੰਦਾ ਹੈ ਕਿ ਕਰਤਾਰ ਦੀ ਰਚਨਾ ਅੰਦਰ ਇੱਕ ਨਹੀਂ ਅਨੇਕ ਕੋਟ-ਕੋਟਾਨ ਵਿਸ਼ਨੂੰ ਅਵਤਾਰ ਰਚੇ ਗਏ ਹਨ। ਇਸ ਧਰਤੀ ਵਾਂਗੂ ਕੋਟ-ਕੋਟਾਨ ਬ੍ਰਹਿਮੰਡ ਬਣਾਏ ਗਏ ਹਨ, ਕੋਟ ਮਹੇਸ਼ ਉਪਾਏ ਗਏ ਹਨ ਅਤੇ ਉਪਾਏ ਕਹਿ ਸਮਾਏ ਗਏ ਹਨ। ਕੋਟ ਬ੍ਰਹਮੇ ਜਗ ਸਾਜਣ ਲਾਏ ਗਏ ਹਨ। ਜਿਸ ਧਣੀ ਗੋਬਿੰਦ ਗੋਪਾਲ ਦੇ ਦੁਆਰੇ ਉੱਤੇ ਕੋਟ ਇੰਦਰ ਖੜੇ ਪਾਣੀ ਭਰਦੇ ਹਨ, ਕੋਟ ਸ਼ਿਵ ਸ਼ਕਤੀਆਂ ਜਿਸ ਦੀ ਆਗਿਆਕਾਰ ਹੋ ਕੇ ਵਰਤਦੀਆਂ ਹਨ, ਉੱਥੇ ਇਹ ਸਚਾਈ ਵੀ ਗੁਰਬਾਣੀ ਵਰਣਨ ਕਰਦੀ ਹੈ ਕਿ ਧਰਮ ਰਾਏ ਹੈ ਹਰ ਕਾ ਕੀਆ। ਵਾਹਿਗੁਰੂ ਸਿਰਜਣਹਾਰ ਦੀ ਸਿਰਜੀ ਰਚਨਾ ਵਿੱਚੋਂ ਧਰਮ ਰਾਏ ਵੀ ਵਾਹਿਗੁਰੂ ਦਾ ਹੀ ਸਿਰਜਿਆ ਹੋਇਆ ਹੈ। ਗੁਰੂ ਨਾਨਕ ਪੰਚਮੇਸ਼ ਦੀ ਅਪਾਰ ਵਿਸ਼ਾਲ ਦਿਵ ਦ੍ਰਿਸ਼ਟੀ ਹੀ ਕਰਤਾਰ ਦੀ ਇਸ ਅਗਮ ਅਗੋਚਰੀ ਸਿਰਜਣਹਾਰਤਾ ਦੀ ਨਿਜ ਅੱਖੀਂ ਡਿੱਠੀ ਸ਼ਾਦੀ ਭਰਦੀ ਹੈ, ਜੈਸੇ ਕਿ ਅਜਿਹੇ ਗੁਰਵਾਕਾਂ ਦੀ ਅਥਾਰਟੀ ਤੋਂ ਸਾਬਤ ਹੈ। ਯਥਾ ਗੁਰਵਾਕ। ਭੈਰੋਂ ਮਹੱਲਾ ਪੰਜਵਾਂ। ਕੋਟ ਬਿਸ਼ਨ ਕੀਨੇ ਅਵਤਾਰ, ਕੋਟ ਬ੍ਰਹਮੰਡ ਜਾ ਕੇ ਧਰਮਸਾਲ, ਕੋਟ ਮਹੇਸ਼ ਉਪਾਏ ਸਮਾਏ, ਕੋਟ ਬ੍ਰਹਮੇ ਜਗ ਸਾਜਣ ਲਾਏ। ਐਸੋ ਧਣੀ ਗੋਵਿੰਦ ਹਮਾਰਾ, ਬਰਨ ਨ ਸਾਕੋਂ ਗੁਣ ਬਿਸਥਾਰਾ। ਰਹਾਉ। ਕੋਟ ਮਾਇਆ ਜਾ ਕੈ ਸੇਵਕਾਏ, ਕੋਟ ਜੀ ਜਾ ਕੀ ਸਹਿ ਜਾਏ, ਕੋਟ ਉਪਾਰ ਜਨਾ ਤੇਰਾ ਅੰਗ, ਕੋਟ ਭਗਤ ਬਸਤ ਹਰ ਸੰਗ। ਕੋਟ ਛਤਰਪਤ ਕਰਤ ਨਮਸਕਾਰ, ਕੋਟ ਇੰਦਰ ਠਾਡੇ ਹੈਂ द्वार, कोट बैकुंठ जाकी दृष्टि माहें, कोट नाम जाकी कीमत नाहें। कोट पूरियत हैं जाकै नाद, कोट अखारे चलित बिस्माद, कोट शकत शिव आज्ञाकार, कोट जी देवै आधार। कोट तीर्थ जाके चरण मझार, कोट पवित्र जपत नाम चार, कोट पुजारी करते पूजा, कोट बिस्थारन अवर न दूजा। कोट महिमा जाकी निर्मल हंस, कोट उस्तत जाकी करत ब्रह्मंस, कोट परलो ओपत निमख माहें, कोट गुणा तेरे गणे न जाहें। कोट ज्ञानी कथें ज्ञान, कोट ध्यानी धरत ध्यान, कोट तपीसर तप ही करते, कोट मुनीसर मोन में रहते। अविगत नाथ अगोचर स्वामी, पूर रहा घट अंतर जामी, जत कत देखो तेरा वासा, नानक को गुर कियो प्रगासा। ਇਹ ਪਿਛਲੀ ਪੰਕਤੀ ਦੱਸਦੀ ਹੈ ਕਿ ਉੱਪਰ ਦੱਸੀ ਗੁਪਤ ਖੇਡ ਕਰਤਾਰ ਗੁਰੂ ਦੀ ਅਗੰਮੀ ਦਾਤ ਦੁਆਰਾ ਹੀ ਗੁਰੂ ਪੰਚਮ ਪਾਤਸ਼ਾਹ ਨੂੰ ਗੁਪਤੋਂ ਪ੍ਰਕਾਸ਼ਿਤ ਹੋਈ ਅਤੇ ਅਦ੍ਰਿਸ਼ਟੋਂ ਦ੍ਰਿਸ਼ਟਮਾਨ ਹੋਈ। ਇਸ ਸਰਬਗਤਾ ਦੀ ਬਖਸ਼ਿਸ਼ ਵਾਲੇ ਵਸੀ ਵਿਕਾਸ ਨੂੰ ਭਾਵੇਂ ਅਲਪੱਗ ਦ੍ਰਿਸ਼ਟੀ ਦੇ ਆਮ ਬੰਦੇ ਨਹੀਂ ਪਹੁੰਚ ਸਕਦੇ, ਪਰ ਗੁਰੂ ਸਾਹਿਬਾਨ ਉੱਤੇ ਪੂਰਨ ਗੁਰਤੱਤਾ ਤੇ ਸਰਬਗਤਾ ਦੇ ਮਾਲਕ ਹੋਣ ਦੀ ਸ਼ਰਧਾ ਭਾਵਨੀ ਰੱਖਣ ਵਾਲੇ ਗੁਰੂ ਕੇ ਸਿੱਖ ਉੱਪਰ ਦਿੱਤੇ ਗੁਰ ਪ੍ਰਮਾਣ ਦੀ ਸਤ ਵਿਸਥਾਰਤਾ ਉੱਤੇ ਪਰਪੱਕ ਯਕੀਨ ਰੱਖਦੇ ਹਨ ਅਤੇ ਕਈ ਗੁਰੂ ਦੇ ਦਿਵ ਦ੍ਰਿਸ਼ਟ ਵਰੋਸਾਏ ਹੋਏ ਅਨਨ ਗੁਰਮੁਖ ਜਨਾਂ ਨੇ ਇਸ ਵਿਸਥਾਰਤਾ ਨੂੰ ਆਪਣੀ ਅੱਖੀਂ ਪ੍ਰਤੱਖ ਵੀ ਵੇਖ ਲਿਆ ਹੈ। ਗੁਰਬਾਣੀ ਨੂੰ ਸੱਤ-ਸੱਤ ਕਰ ਮੰਨਣ ਵਾਲੇ ਸ਼ਰਧਾਵਾਨ ਗੁਰਸਿੱਖਾਂ ਨੂੰ ਸੰਦੇਹ ਕੁਝ ਵੀ ਨਹੀਂ ਰਹਿ ਜਾਂਦਾ ਜਦੋਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰ ਵਿਸਥਾਰਨੀ ਸਮੁੰਦਰ ਕੂਜਨੀ ਸ੍ਰੀ ਜਪਜੀ ਸਾਹਿਬ ਦਾ ਨਿਤਾ ਪ੍ਰਤੀ ਨਿਯਮ ਪ੍ਰਿਮਨੀ ਪਾਠ ਕਰਦੇ ਹੋਏ ਅੰਤਲੇ ਸ਼ਲੋਕ ਉੱਤੇ ਮੱਥਾ ਨਿਵਾਏ ਕੇ ਭੋਗ ਪਾਉਂਦੇ ਹਨ ਅਤੇ ਇਹ ਤੁਕਾਂ ਪੜ੍ਹਦੇ ਹਨ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸ਼ਲੋਕ ਜਪਜੀ ਸਾਹਿਬ। ਸਪਸ਼ਟ ਭਾਵ ਹੈ ਕਿ ਕਰਤੇ ਦਾ ਥਾਪਿਆ ਹੋਇਆ ਧਰਮ ਰਾਏ ਸੰਸਾਰੀਆਂ ਦੀਆਂ ਕਰਨੀਆਂ ਕਰਤੂਤਾਂ ਨੂੰ, ਚੰਗਿਆਈਆਂ ਬੁਰਿਆਈਆਂ ਨੂੰ ਆਪਣੀ ਹਜ਼ੂਰੀ ਵਿੱਚ ਵਾਚਦਾ ਵਿਚਾਰਦਾ ਹੈ, ਜਦੋਂ ਕਿ ਸੰਸਾਰੀ ਪੁਰਸ਼ ਆਪਣੀ ਜੀਵਨ ਯਾਤਰਾ ਸੰਪੂਰਨ ਕਰਕੇ ਅੱਗੇ ਚੱਲ ਕੇ ਧਰਮ ਰਾਏ ਦੀ ਹਜ਼ੂਰੀ ਵਿੱਚ ਪੇਸ਼ ਹੁੰਦੇ ਹਨ। ਪਰ ਨਾਮ ਜਪਣ ਹਾਰੇ, ਨਾਮ ਦੀ ਘਾਲ ਕਮਾਈਆਂ ਕਰਨ ਹਾਰੇ ਗੁਰਮੁਖ ਧਰਮ ਰਾਏ ਦੀ ਕਚਹਿਰੀ ਵਿੱਚ ਪੇਸ਼ ਹੋਣੇ ਹੀ ਨਹੀਂ ਪਾਉਂਦੇ, ਸਗੋਂ ਧਰਮ ਰਾਏ ਉਹਨਾਂ ਦਾ ਸਨਮਾਨ ਕਰਦਾ ਹੈ। ਗੁਰਮਤ ਤੋਂ ਊਰੇ ਆਨ ਕਰਮ ਧਰਮੀਆਂ ਦੀਆਂ ਪੇਸ਼ੀਆਂ ਧਰਮ ਰਾਏ ਦੀ ਹਜ਼ੂਰੀ ਵਿੱਚ ਹੁੰਦੀਆਂ ਹਨ
ਅਤੇ ਅਵਸ਼ ਹੁੰਦੀਆਂ ਹਨ। ਇਸ ਵਿੱਚ ਰੰਚਕ ਸੰਦੇਹ ਨਹੀਂ, ਜੈਸਾ ਕਿ ਉੱਪਰਲਾ ਵਾਕ ਪ੍ਰੋੜਤਾ ਕਰਦਾ ਹੈ। ਇਸ ਗੁਰਵਾਕ ਦੀ ਰੌਸ਼ਨੀ ਵਿੱਚ ਕੋਈ ਗੁਰਸਿੱਖ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦਾ ਕਿ ਧਰਮ ਰਾਏ ਦੀ ਹੋਂਦ ਹਸਤੀ ਹੈ। ਅਕਾਲ ਪੁਰਖ ਦੇ ਹੁਕਮ ਅਨੁਸਾਰ ਹੀ ਗੁਰਮੁਖਾਂ ਨੂੰ ਇਹ ਬਖਸ਼ੀਸ਼ ਹੁੰਦੀ ਹੈ ਕਿ ਉਹ ਮੁਖ ਉਜਲਾ ਲੈ ਕੇ ਸੁਰਖ ਰੂਈ ਸਹਿਤ ਸੱਚਖੰਡੀ ਦਰਬਾਰ ਵਿੱਚ ਪੈਦੇ ਜਾਂਦੇ ਹਨ ਅਤੇ ਉਹਨਾਂ ਦੇ ਤੁਫੈਲ, ਉਹਨਾਂ ਦੇ ਸਤਸੰਗ ਦੇ ਪ੍ਰਭਾਵ ਨਾਲ ਹੋਰ ਕੀਤੀ ਲੁਕਾਈ ਵੀ ਛੁਟਕਾਰਾ ਪਾਉਂਦੀ ਹੈ। ਧਰਮ ਰਾਏ ਪਾਸ ਲੇਖਾ ਦੇਣੋਂ ਅਤੇ ਆਵਾਗਮਨ ਦੇ ਗੇੜ ਵਿੱਚ ਪੈਣੋਂ ਬਚ ਜਾਂਦੀ ਹੈ। ਇਸ ਬਖਸ਼ੀਸ਼ ਤੋਂ ਵਾਂਝੇ ਹੋਏ ਸਾਰੇ ਸੰਸਾਰੀ ਜੀਵ ਜਨਮ ਮਰਨ ਆਵਾਗਾਉਣ ਦੇ ਗੇੜ ਵਿੱਚ ਸਦਾ ਭਵਾਈਂਦੇ ਹਨ। ਸ੍ਰੀ ਜਪਜੀ ਸਾਹਿਬ ਦੀ ਇਹ ਪੰਕਤੀ ਇੱਕ ਹੁਕਮੀ ਸਦਾ ਭਵਾਈਆਂ ਆਵਾਗਾਉਣ ਦੇ ਗੁਰਮਤ ਅਸੂਲ ਨੂੰ ਹੀ ਪ੍ਰਤਿਪਾਦਨ ਕਰਾਉਂਦੀ ਹੈ। ਗੁਰ ਸ਼ਬਦ, ਗੁਰ ਦੀਖਿਆ, ਗੁਰ ਮੰਤਰ, ਗੁਰਮਤ ਨਾਮ ਦੀ ਕਮਾਈ ਦੁਆਰਾ ਹੀ ਇਸ ਭਵ ਸਾਗਰ ਤੋਂ ਤਰ ਕੇ ਪਾਰ ਪਈਦਾ ਹੈ ਅਤੇ ਆਵਾਗਾਉਣ ਤੋਂ ਛੁਟਕਾਰਾ ਪਾਏ ਕੈ ਧਰਮ ਰਾਏ ਤੋਂ ਅਛੁੱਤ ਜਾਏ ਕੈ ਸਿੱਧੇ ਗੁਰਪੁਰੀ ਨੂੰ ਸਿਧਾਈਦਾ ਹੈ। ਜਿਨ੍ਹਾਂ ਨੂੰ ਗੁਰਮਤ ਨਾਮ ਵਾਹਿਗੁਰੂ ਦੀ ਸੂਝ-ਬੂਝ ਨਹੀਂ ਆਈ, ਤਿਨਾਂ ਨੂੰ ਜਨਮ ਮਰਨ ਆਵਾਗਮਨ ਦੇ ਗੇੜ ਵਿੱਚ ਜ਼ਰੂਰੀ ਹੀ ਪੈਣਾ ਪੈਂਦਾ ਹੈ। ਯਥਾ ਗੁਰਵਾਕ ਮਨ ਰੇ ਸ਼ਬਦ ਤਰੋ ਚਿਤ ਲਾਏ, ਜਿਨ ਗੁਰਮੁਖ ਨਾਮ ਨਾ ਬੂਝਿਆ ਮਰ ਜਨਮੈ ਆਵੈ ਜਾਏ। ਰਹਾਓ। ਸ੍ਰੀ ਰਾਗ ਮਹੱਲਾ ਪਹਿਲਾ। ਸਿੱਧ ਹੋਇਆ ਕਿ ਨਾਮਹੀਣਿਆਂ ਮਨਮੁੱਖਾਂ ਨੂੰ ਆਵਾਗਾਉਣ ਭੁਗਤਣਾ ਹੀ ਪੈਂਦਾ ਹੈ। ਸਤਿਗੁਰਾਂ ਦੇ ਬਣਾਏ ਜਹਾਜ਼ ਬੇੜੇ ਸੱਚੇ ਬੋਹਿਥੈ ਚੜ੍ਹ ਕੇ ਹੀ ਗੁਰ ਗਿਆਨ ਵਿਚਾਰ ਦੁਆਰਾ ਹੀ ਇਸ ਭਵ ਸਾਗਰ ਤੋਂ ਪਾਰ ਪੈ ਸਕੀਦਾ ਹੈ। ਨਹੀਂ ਤਾਂ ਪੂਰਾਂ ਦੇ ਪੂਰ ਹੀ ਹੰਕਾਰ ਭਰੇ ਆਵਾਗਾਉਣ ਦੇ ਗੇੜ ਘੁੰਮਣ ਘੇਰੀ ਵਿੱਚ ਪੈਂਦੇ ਹਨ। ਅਨੇਕਾਂ ਆਉਂਦੇ ਹਨ, ਜਨਮ ਜੂਨੀਆਂ ਵਿੱਚ ਪੈਂਦੇ ਹਨ, ਅਨੇਕਾਂ ਹੀ ਮਰ ਮਰ ਕੇ ਜਾਂਦੇ ਹਨ। ਯਥਾ ਗੁਰਵਾਕ ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ, ਇੱਕ ਆਵੈਂ ਇੱਕ ਜਾਵਹੀ ਪੂਰ ਭਰੇ ਅਹੰਕਾਰ। ਸ੍ਰੀ ਰਾਗ ਮਹੱਲਾ ਪਹਿਲਾ। ਹੰਕਾਰੀਆਂ ਮਨ ਮਤਸਰੀਆਂ ਦੇ ਪੂਰਾਂ ਦੇ ਪੂਰ ਭਰੇ ਹੋਏ ਲੱਦੇ ਹੋਏ ਆਵਾਗਵਨੀ ਜਨਮ ਜੋਨੀਆਂ ਵਿੱਚ ਪੈਂਦੇ ਰਹਿੰਦੇ ਹਨ। ਅਗਲਾ ਗੁਰਵਾਕ ਇਸ ਆਵਾਗਾਉਣ ਦੇ ਗੁਰਮਤ ਅਸੂਲ ਦਾ ਅਤੇ ਧਰਮ ਰਾਏ ਦੀ ਹੋਂਦ ਦਾ ਪੱਕਾ ਪ੍ਰੋੜਤਾਮਈ ਸਬੂਤ ਦਿੰਦਾ ਹੈ। ਯਥਾ ਗੁਰਵਾਕ ਹਰ ਜੀ ਸੱਚਾ ਸੱਚ ਤੂੰ ਸਭ ਕਿਛ ਤੇਰਾ ਚੀਰੈ, ਲੱਖ 84 ਤਰਸਦੇ ਫਿਰੇ ਬਿਨ ਗੁਰ ਭੇਟੇ ਪੀਰੈ। ਹਰ ਜਿਉ ਬਖਸ਼ੇ ਬਖਸ਼ ਲਏ ਸੂਖ ਸਦਾ ਸਰੀਰੈ, ਗੁਰ ਪ੍ਰਸਾਦੀ ਸੇਵ ਕਰੀ ਸੱਚ ਗਹਿਰ ਗੰਭੀਰੈ। ਮਨ ਮੇਰੇ ਨਾਮ ਰਤੇ ਸੁਖ ਹੋਏ, ਗੁਰਮਤੀ ਨਾਮ ਸਲਾਹੀਐ, ਦੂਜਾ ਅਵਰ ਨਾ ਕੋਏ। ਰਹਾਓ। ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ, ਦੂਜੈ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਅਧਿਆਤਮੀ ਹਰ ਗੁਣ ਤਾਸ ਮਨ, ਜਪੈ ਏਕ ਮੁਰਾਰ, ਤਿਨ ਕੀ ਸੇਵਾ ਧਰਮ ਰਾਏ ਕਰੈ, ਧਨ ਸਵਾਰਨ ਹਾਰ। ਸ੍ਰੀ ਰਾਗ ਮਹੱਲਾ ਤੀਜਾ। ਭਾਵ ਹੇ ਵਾਹਿਗੁਰੂ, ਤੂੰ ਸੱਚਾ ਹੈ, ਤੂੰ ਹੀ ਸੱਚ ਹੈ, ਤੂੰ ਮੁਜੱਸਮ ਸੱਚ ਹੈ, ਤੁਧ ਬਾਝੋਂ ਹੋਰ ਸੱਚ ਕੋਈ ਨਹੀਂ। ਤੂੰ ਸੱਚ ਸਰੂਪ ਹੈ, ਸਭ ਕਿਛ ਅਤੇ ਸਭ ਕੋਈ ਤੇਰੇ ਹੀ ਸੱਚੇ ਹੁਕਮ ਦੇ ਦਾਇਰੇ ਤੇ ਪ੍ਰਬੰਧ ਅੰਦਰ ਹੈ। ਤੈਂ ਐਸੀ ਸੱਚ ਹੁਕਮਮਈ ਬਣਤ ਬਣਾਈ ਹੈ ਕਿ ਤੇਰੇ ਹੁਕਮ ਅਨੁਸਾਰ ਸੱਚੇ ਸਤਿਗੁਰੂ ਨੂੰ ਭੇਟੇ ਬਾਝੋਂ ਸਭ ਲੱਖ 84 ਮੇਦਨੀ, ਲੱਖ 84 ਜੂਨਾਂ ਦੇ ਗੇੜ ਵਿੱਚ ਹੀ ਭੌਂਦੀ ਫਿਰਦੀ ਹੈ। ਸਤਿਗੁਰੂ ਬਾਝੋਂ ਹੋਰ ਕੋਈ ਗੁਰਪੀਰ ਨਹੀਂ ਜੋ ਇਸ 84 ਦੇ ਗੇੜ ਵਿੱਚੋਂ 84 ਦੇ ਜੀਵਾਂ ਨੂੰ ਕੱਢ ਸਕਦਾ ਹੈ। ਸਤਿਗੁਰੂ ਦੀ ਸ਼ਫਾਅਤ ਦੁਆਰਾ ਜਿਸ ਨੂੰ ਤੂੰ ਹੇ ਵਾਹਿਗੁਰੂ ਬਖਸ਼ ਲਵੇਂ ਸੋ ਬਖਸ਼ਿਆ ਜਾ ਸਕਦਾ ਹੈ ਅਤੇ ਉਸੇ ਦੇ ਤਨ ਮਨ ਅੰਦਰ ਹੀ ਸੱਚਾ ਸੁੱਖ ਸਦਾ ਲਈ ਵਸ ਸਕਦਾ ਹੈ। ਹੇ ਸੱਚੇ ਗਹਿਰ ਗੰਭੀਰ ਵਾਹਿਗੁਰੂ, ਜੋ ਤੇਰੀ ਸੱਚੀ ਸੇਵਾ ਭਗਤੀ ਸਿਮਰਨਮਈ ਸੇਵਾ ਗੁਰ ਪ੍ਰਸਾਦ ਕਰ ਕਰਦਾ ਹੈ ਅਤੇ ਕਰਨ ਵਿੱਚ ਸਦਾ ਤਤਪਰ ਰਹਿੰਦਾ ਹੈ, ਨਾਮ ਵਿੱਚ ਰਤਿਆਂ ਸਦਾ ਨਾਮ ਵਿੱਚ ਰਤੇ ਰਹਿਣ ਕਰਕੇ ਹੀ ਉਸ ਨੂੰ ਸੱਚਾ ਸੁੱਖ ਪ੍ਰਾਪਤ ਹੁੰਦਾ ਹੈ। ਗੁਰਮਤ ਅਨੁਸਾਰ ਹੀ ਜੋ ਨਾਮ ਸਲਾਹੁੰਦੇ ਧਿਆਉਂਦੇ ਹਨ ਅਤੇ ਦੂਜੇ ਹੋਰ ਪਾਸੇ ਚਿੱਤ ਨਹੀਂ ਲਾਉਂਦੇ, ਸਹੀ ਬਖਸ਼ੇ ਜਾਂਦੇ ਹਨ ਅਤੇ ਸੱਚੀ ਦਰਗਾਹ ਪ੍ਰਵਾਨ ਪੈਂਦੇ ਹਨ। ਧਰਮ ਰਾਏ ਨੂੰ ਵਾਹਿਗੁਰੂ ਦਾ ਸਦਾ ਹੁਕਮ ਹੈ ਕਿ ਸੱਚਾ ਧਰਮ ਨਿਆਉ ਵਿਚਾਰੇ ਤੇ ਸੱਚ ਨਿਬੇੜਾ ਕਰੇ।
ਦੂਜੇ ਪਾਏ ਦੇ ਗ੍ਰਸੇ ਹੋਏ ਦੁਸ਼ਟ ਆਤਮੀ ਜੀਵ ਹੀ ਧਰਮ ਰਾਏ ਦੇ ਵਸ ਪੈਂਦੇ ਹਨ। ਇਹ ਸਭ ਧਰਮ ਰਾਏ ਦੀ ਰਈਅਤ ਹਨ। ਵਾਹਿਗੁਰੂ ਗੁਣਤਾਸ ਨੂੰ ਹਰ ਦਮ ਹਿਰਦੇ ਅੰਦਰ ਰੱਖਣ ਵਾਲੇ ਅਧਿਆਤਮੀ ਪਰਮਾਤਮਾ ਨਾਲ ਜੁੜੀ ਹੋਈ ਆਤਮਾ ਵਾਲੇ ਪੁਰਸ਼ ਇਹ ਸਭ ਨਿਰੰਕਾਰੀ ਦਰਗਾਹ ਦੇ ਸੀਗੇ ਵਿੱਚ ਹੀ ਹਨ। ਇੱਥੇ ਇਹਨਾਂ ਏਕ ਮੁਰਾਰ ਨਿਰੰਕਾਰ ਦੇ ਜਪਣ ਹਾਰਿਆਂ ਤਾਈਂ ਧਰਮ ਰਾਏ ਦੀ ਪਹੁੰਚ ਨਹੀਂ, ਸਗੋਂ ਤਿਨਾਂ ਵਾਹਿਗੁਰੂ ਦੇ ਧਨ ਸਵਾਰਨ ਹਾਰਿਆਂ ਦੀ ਧਰਮ ਰਾਏ ਸੇਵਾ ਕਰਦਾ ਹੈ। ਉਹਨਾਂ ਵੱਲ ਗਹਿਰੀ ਨਿਗਾਹ ਤਾਂ ਕੀ ਝਾਕ ਸਕਣਾ ਸੀ ਧਰਮ ਰਾਏ ਨੇ, ਉਲਟਾ ਹੁਕਮੀ ਬੰਦਾ ਸੇਵਾਦਾਰ ਰਹਿੰਦਾ ਹੈ। ਇਹ ਸਭ ਕੁਝ ਕਰਤਾਰ ਦੇ ਹੁਕਮ ਅਨੁਸਾਰ ਹੀ ਹੈ। ਕਰਤਾਰ ਦਾ ਸਾਜਿਆ ਹੋਇਆ ਹੀ ਧਰਮ ਰਾਏ ਹੈ। ਉਸ ਕਰਤਾਰ ਦੇ ਹੁਕਮਾਂ ਅਨੁਸਾਰ ਕਾਰ ਕਮਾਉਂਦਾ ਹੈ। ਨਿਰੰਕਾਰ ਕਰਤਾਰ ਦੇ ਹੁਕਮ ਅੰਦਰ ਆਵਾਗੌਣ ਬਣਿਆ ਹੈ ਅਤੇ ਹੁਕਮ ਅੰਦਰ ਹੀ ਜੀਵਾਂ ਨੂੰ ਆਵਾਗੌਣ ਭੁਗਤਣਾ ਬਣਦਾ ਹੈ। ਯਥਾ ਗੁਰਵਾਕ ਇਕ ਨਾ ਮਨਮੁਖ ਸ਼ਬਦ ਨਾ ਭਾਵੈ, ਬੰਧਨ ਬੰਧ ਭਵਾਇਆ, ਲੱਖ 84 ਫਿਰ ਆਵੈ, ਬਿਰਥਾ ਜਨਮ ਗਵਾਇਆ। ਸ੍ਰੀ ਰਾਗ ਮਹਲਾ ਤੀਜਾ। ਭਾਵ ਅਨੇਕਾਂ ਐਸੇ ਮਨਮੁਖ ਸਾਕਤ ਪੁਰਸ਼ ਹਨ ਜਿਨ੍ਹਾਂ ਨੂੰ ਗੁਰ ਸ਼ਬਦ ਨਹੀਂ ਭਾਉਂਦਾ। ਗੁਰ ਮੰਤਰ ਗੁਰ ਦੀਖਿਆ ਲੈਣ ਵੱਲ ਤਿੰਨਾਂ ਮਨਮੁਖਾਂ ਦੀ ਰੁਚੀ ਹੀ ਨਹੀਂ ਆਉਂਦੀ। ਆਪਣੀ ਮਨ ਮਤਸਰੀ ਹਉਮੈ ਦੇ ਹੀ ਮੱਤੇ ਰਹਿੰਦੇ ਹਨ। ਹਉਮੈ ਬੰਧਨ ਦੇ ਪੈਖੜ ਐਸੇ ਪੈਂਦੇ ਹਨ ਕਿ ਸਾਰੀ ਉਮਰ ਇਸੇ ਆਕੜ ਵਿੱਚ ਗੁਜ਼ਾਰ ਲੈਂਦੇ ਹਨ। ਬਿਰਥਾ ਜਨਮ ਗਵਾ ਲੈਂਦੇ ਹਨ। ਮਨੁੱਖਾ ਜਨਮ ਅਜਾਈਂ ਹੀ ਗਵਾ ਲੈਂਦੇ ਹਨ। ਬੰਧਨ ਬੰਧ ਭਵਾਏ ਹੋਏ ਲੱਖ 84 ਜੂਨਾਂ ਵਿੱਚ ਜਾ ਪੈਂਦੇ ਹਨ ਅਤੇ ਮੁੜ ਆਵਾਗਮਨ ਦਾ ਗੇੜ ਸਹਿੰਦੇ ਹਨ। ਅਗਲਾ ਗੁਰਵਾਕ ਖਾਸ ਤੌਰ ਤੇ ਨਿਰਣੇ ਕਰਾਉਂਦਾ ਹੈ ਕਿ ਦੁਨੀਆ ਦੇ ਬੜੇ ਵੱਡੀਆਂ ਕਰਤੂਤਾਂ ਵਾਲਿਆਂ ਨੂੰ ਕਿਸ ਖਾਸ ਜੂਨੀ ਵਿੱਚ ਅਵਸ਼ ਪੈਣਾ ਪੈਂਦਾ ਹੈ। ਦੇਖੋ ਇਹ ਗੁਰਵਾਕ। ਰਾਜ ਮਿਲਕ ਸਿਕਦਾਰੀਆਂ, ਰਸ ਭੋਗਣ ਬਿਸਥਾਰ, ਬਾਗ ਸੁਹਾਵੇ ਸੋਹਣੇ, ਚੱਲੈ ਹੁਕਮ ਅਫਾਰ, ਰੰਗ ਤਮਾਸ਼ੇ ਬਹੁ ਬਿਧੀ, ਚਾਏ ਲੱਗ ਰਿਹਾ, ਚਿਤ ਨ ਆਇਓ ਪਾਰ ਬ੍ਰਹਮ, ਤਾਂ ਸਰਪ ਕੀ ਜੂਨ ਗਿਆ। ਸ੍ਰੀ ਰਾਗ ਮਹਲਾ ਪੰਜਵਾਂ। ਭਾਵ ਇਹ ਭੁੱਲਿਆ ਹੋਇਆ ਮਨਮੁਖੀ ਜੀਵ ਪਰਮਾਰਥ ਤੋਂ ਕੁੱਥਿਆ ਹੋਇਆ ਰਾਜ ਮਿਲਕ ਸਿਕਦਾਰੀਆਂ ਦੇ ਨਾਨਾ ਪ੍ਰਕਾਰੀ ਬਿਸਥਾਰ ਰੂਪ ਰਸ ਭੋਗਣ ਵਿੱਚ ਹੀ ਸਦਾ ਖਚਤ ਰਹਿੰਦਾ ਹੈ। ਉਸ ਨੂੰ ਕਈ ਮਦ ਨਸ਼ੇ ਚੜੇ ਰਹਿੰਦੇ ਹਨ ਜੋ ਕਦੇ ਉਤਰਦੇ ਹੀ ਨਹੀਂ। ਕਦੇ ਬਾਗ ਸੁਹਾਵੇ ਸੋਹਣੇ ਦੇਖ ਫੁੱਲਦਾ ਹੈ, ਕਦੇ ਰਾਜਮਦ ਦੇ ਹੁਕਮ ਤੇ ਭੁੱਲਦਾ ਹੈ। ਇਹਨਾਂ ਰਾਜਮਦੀ ਹੁਕਮਾਂ ਦੇ ਐਸੇ ਅਫਰੇਵੇਂ ਉਸ ਨੂੰ ਹੁੰਦੇ ਹਨ ਕਿ ਕਿਸੇ ਨੂੰ ਨਜ਼ਰ ਤੱਲੇ ਹੀ ਨਹੀਂ ਲਿਆਉਂਦਾ। ਕਦੇ ਬਹੁ-ਵਿਧੀ ਰੰਗ ਤਮਾਸ਼ਿਆਂ ਦੇ ਚੰਚਲ ਚਾਵਾਂ ਵਿੱਚ ਲੱਗਿਆ ਰਹਿੰਦਾ ਹੈ। ਇੱਕ ਖਿਣ ਵੀ ਪਾਰ ਬ੍ਰਹਮ ਪਰਮੇਸ਼ਰ ਨੂੰ ਚੇਤੇ ਨਹੀਂ ਕਰਦਾ, ਚਿੱਤ ਵਿੱਚ ਹੀ ਨਹੀਂ ਲਿਆਉਂਦਾ। ਇਹ ਰੰਗ ਤਮਾਸ਼ਿਆਂ ਦੇ ਚੰਚਲ ਚਾਓ ਅਤੇ ਰਾਜ ਮਦ ਦੇ ਹੁਕਮ ਅਫਰਾਓ ਅਤੇ ਮਾਇਆ ਦੀਆਂ ਮਿਲਖਾਂ ਅਤੇ ਸਰਦਾਰੀਆਂ ਦੇ ਰਸ ਭੋਗਣ ਬਿਸਥਾਰ ਅਤੇ ਬਾਗ ਸੁਹਾਵੇ ਸੋਹਣਿਆਂ ਦੇ ਕੁੜਾਵੇ ਚਾਓ ਮਲਾਰ ਉਸ ਦੀ ਚੰਚਲ ਬਿਰਤੀ ਨੂੰ ਪਰਮਾਰਥ ਦੇ ਪਾਸੇ ਆਉਣ ਹੀ ਨਹੀਂ ਦਿੰਦੇ। ਪਾਰ ਬ੍ਰਹਮ ਕਿਵੇਂ ਚੇਤੇ ਆਵੇ? ਐਸਾ ਪ੍ਰਾਣੀ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਸੱਪ ਦੀ ਜੂਨੀ ਵਿੱਚ ਪੈਂਦਾ ਹੈ। ਓਹ ਕੈਸੀ ਤਰਸਯੋਗ ਅਤੇ ਤਰਾਸਮਈ ਦਸ਼ਾ ਹੈ ਐਸੇ ਪ੍ਰਾਣੀਆਂ ਦੀ। ਇੱਕ ਨਹੀਂ ਅਨੇਕਾਂ ਪੂਰਾਂ ਦੇ ਪੂਰ ਇਹਨਾਂ ਵਹਿਣਾਂ ਵਿੱਚ ਰੁੜੇ ਰਹਿੰਦੇ ਹਨ ਅਤੇ ਰੁੜੇ ਹੀ ਰੁੜੇ ਜਾਂਦੇ ਹਨ। ਸੱਪ ਦੀਆਂ ਜੂਨੀਆਂ ਵਿੱਚ ਪੈਂਦੇ ਹਨ। ਇਹ ਸਾਰੇ ਉੱਪਰ ਦੱਸੇ ਐਬਾਂ ਵਾਲੇ ਸੱਪਾਂ ਦੀ ਜੂਨੀ ਵਿੱਚ ਪੈਂਦੇ ਹਨ ਅਤੇ ਚਿਰੰਕਾਲ ਇਹ ਜੂਨੀ ਭੁਗਤਦੇ ਹਨ। ਸੱਪ ਦੀ ਜੂਨੀ ਬੇਸ਼ੁਮਾਰ ਇਸੇ ਕਰਕੇ ਹੈ ਕਿ ਇਸ ਦਿਸਦੀ ਦੁਨੀਆ ਵਿੱਚ ਬੇਸ਼ੁਮਾਰ ਗਿਣਤੀ ਉਹਨਾਂ ਮਨਮੁੱਖਾਂ ਦੀ ਹੈ ਜਿਹੜੇ ਉੱਪਰ ਦੱਸੇ ਕੁਕਰਮਾਂ ਐਸ਼ ਇਸ਼ਰਤਾਂ ਵਿੱਚ ਹੀ ਬਹੁਤ ਪਰਵਿਰਤ ਨੱਕਾ ਨੱਕ ਖਚਤ ਰਹਿੰਦੇ ਹਨ। ਪਰ ਯਾਦ ਰਹੇ ਬਲਕਿ ਨਿਸ਼ਚਿਤ ਰਹੇ ਕਿ ਇਹ ਸਾਰੇ ਰਾਜ ਮਿਲਕ ਸਿਕਦਾਰੀਆਂ ਦੇ ਨਾਨਾ ਪ੍ਰਕਾਰੀ ਬਹੁ ਬਿਸਥਾਰੀ ਰਸ ਭੋਗਣ ਹਾਰੇ ਅਤੇ ਬਾਗ ਸੁਹਾਵੇ ਸੋਹਣਿਆਂ ਦੇ ਮਾਣ ਕਰਨ ਹਾਰੇ ਅਤੇ ਨਿਸ ਦਿਨ ਇਸੇ ਮਾਣ ਵਿੱਚ ਰੱਤੇ ਰਹਿਣ ਵਾਲੇ ਕੁੜਾਵੇ ਹੁਕਮ ਕਰ ਬਫਾਵਣ ਹਾਰੇ ਅਤੇ ਨਿਕੰਮੇ ਥੀਏਟਰ ਆਦਿ ਰੰਗ ਤਮਾਸ਼ਿਆਂ ਦੇ ਦੇਖਣ ਹਾਰੇ ਦਿਖਾਉਣ ਹਾਰੇ ਚੰਚਲ ਚਾਵਾਂ ਦੇ ਕਰੋੜਾਂ ਲੱਖਾਂ ਅੱਜ ਕੱਲ੍ਹ ਦੀ ਰਵਸ਼ ਦੇ ਐਸ਼ ਇਸ਼ਰਤੀ ਮਰੀਜ਼ ਸਭ ਸੱਪਾਂ ਦੀਆਂ ਜੂਨੀਆਂ ਵਿੱਚ ਹੀ ਪੈਣਗੇ। ਚੰਦ ਦਿਨਾਂ ਦੀਆਂ ਕੁੜਾਵੀਆਂ ਮੌਜਾਂ ਮਾਣ ਲੈਣ, ਅੰਤ ਉਹਨਾਂ ਦਾ ਬਹੁਤ ਹੀ ਬੁਰਾ ਹੋਵੇਗਾ। ਇਦੋਂ ਬੁਰਾ ਹੋਰ ਕੀ ਹੋ ਸਕਦਾ ਹੈ
ਕਿ ਸੱਪ ਜਿਹੀ ਚੰਦਰੀ ਜੂਨੀ ਉਹਨਾਂ ਨੂੰ ਮਿਲੇਗੀ, ਜਿਸ ਵਿੱਚ ਖੀਨ ਖਰਾਬ ਹੁੰਦੇ ਚਿਰ ਤੱਕ ਬੱਧੇ ਦੁੱਖ ਸਹਿਣਗੇ, ਅੰਤ ਨੂੰ ਰਸਾਤਲ ਜਾ ਪੈਣਗੇ, ਛੁਟਕਾਰਾ ਫੇਰ ਵੀ ਨਹੀਂ, ਨਰਕ ਰਸਾਤਲੀ ਹੀ ਜਾਣਾ ਹੋਵੇਗਾ, ਜੈਸਾ ਕਿ ਅਗਲਾ ਗੁਰਵਾਕ ਦੱਸਦਾ ਹੈ। ਬਹੁਤ ਧਨਾੜ ਅਚਾਰਵੰਤ, ਸੋਭਾ ਨਿਰਮਲ ਰੀਤ, ਮਾਤ ਪਿਤਾ ਸੁਤ ਭਾਈਆਂ, ਸਾਜਨ ਸੰਗ ਪ੍ਰੀਤ, ਲਸਕਰ ਤਰਕਸ ਬੰਦ ਬੰਦ, ਜਿਉ ਜਿਉ ਸਗਲੀ ਕੀਤ, ਚਿਤ ਨ ਆਇਓ ਪਾਰ ਬ੍ਰਹਮ, ਤਾਂ ਖੜ ਰਸਾਤਲ ਦੀਤ। ਸ੍ਰੀ ਰਾਗ ਮਹੱਲਾ ਪੰਜਵਾਂ। ਓਹੋ, ਕੈਸੀ ਭਿਆਨਕ ਦਸ਼ਾ ਹੈ ਕਿ ਇਸ ਲੋਕ ਵਿੱਚ ਬਹੁਤੇ ਧਨਾੜ ਅਤੇ ਅਚਾਰਵੰਤ, ਸ਼ੋਭਾਵੰਤ ਅਤੇ ਵੱਧ-ਵੱਧ ਕੇ ਨਿਰਮਲ ਰੀਤੀਆਂ ਕਰਨ ਵਾਲਿਆਂ ਨੂੰ ਅੱਗੇ ਜਾ ਕੇ ਫੜ ਖੜ ਕੇ ਰਸਾਤਲੀ ਹੀ ਪਾਇਆ ਘੱਤਿਆ ਜਾਏਗਾ। ਜਿਨ੍ਹਾਂ ਨੂੰ ਪਾਰ ਬ੍ਰਹਮ ਕਦੇ ਚਿਤ ਨਹੀਂ ਆਇਆ, ਉਹਨਾਂ ਦੇ ਧਨਾੜ ਪੁਣੇ ਨੇ ਕੱਖ ਵੀ ਸਹਾਇਤਾ ਨਹੀਂ ਕਰਨੀ। ਉਹਨਾਂ ਦੇ ਅਚਾਰਵੰਤ ਹੋਣ ਦਾ ਰਾਈ ਮਾਤਰ ਵੀ ਸੁਬਿਹਤਾ ਨਹੀਂ ਹੋਵੇਗਾ। ਉੱਥੇ ਅੱਗੇ ਚੱਲ ਕੇ ਉਹਨਾਂ ਦੀਆਂ ਸੰਸਾਰੀ ਸ਼ੋਭਾ ਖੱਟਣ ਖਾਤਰ ਉੱਚੀਆਂ ਕਰਨੀਆਂ ਕਰਤੂਤਾਂ ਕੀਤੀਆਂ ਕਿਸੇ ਵੀ ਕੰਮ ਨਹੀਂ ਆਉਣੀਆਂ। ਕਿਸੇ ਵੀ ਸੰਸਾਰਕ ਸੰਬੰਧੀਆਂ, ਰਿਸ਼ਤੇਦਾਰਾਂ ਤੇ ਕੁਟੰਬੀਆਂ ਨੇ ਉਹਨਾਂ ਦਾ ਕੁਝ ਵੀ ਨਹੀਂ ਸਾਰਨਾ, ਜਿਨ੍ਹਾਂ ਦੀ ਖਾਤਰ ਸਾਰੀ ਉਮਰ ਖੱਪ-ਖੱਪ ਮਰਨ ਵਿੱਚ ਹੀ ਉਹਨਾਂ ਦੀ ਵਿਹਾਈ। ਉਹਨਾਂ ਦੇ ਲਸ਼ਕਰਾਂ, ਤਰਕਸ਼ਾਂ, ਅਨੇਕ ਪ੍ਰਕਾਰੀ ਹਥਿਆਰਾਂ ਨੇ ਵੀ ਉਹਨਾਂ ਦੀ ਰੰਚਕ ਭਰ ਇਮਦਾਦ ਨਹੀਂ ਕਰਨੀ, ਜਿਨ੍ਹਾਂ ਉੱਤੇ ਐਡਾ ਮਾਣ ਕਰੀ ਫਿਰਦੇ ਸਨ। ਨਾ ਹੀ ਜਿਉ ਜਿਉ ਕਰ ਬੋਲਣ ਵਾਲੇ ਖੁਸ਼ਾਮਦੀਆਂ ਨੇ ਕਿਸੇ ਕੰਮ ਆਉਣਾ ਹੈ। ਰਸਾਤਲ ਗ੍ਰਸਿਆਂ ਨੂੰ ਕਿਸੇ ਨੇ ਨਹੀਂ ਛੁਡਾਉਣਾ। ਛਡਾਉਣ ਹਾਰਾ ਇੱਕ ਪਾਰ ਬ੍ਰਹਮ ਦਾ ਨਾਉ ਹੀ ਹੈ, ਸੋ ਕਦੇ ਚਿਤ ਨਹੀਂ ਆਇਆ। ਹੁਣ ਕੌਣ ਛੁਡਾਵੇ ਜਦੋਂ ਸਿਰ ਤੇ ਆ ਬਣਨਗੀਆਂ ਜ਼ਰੂਰ। ਇਹ ਰਸਾਤਲੀ ਸਜ਼ਾਵਾਂ ਜ਼ਰੂਰ ਭੁਗਤਣੀਆਂ ਬਣਨਗੀਆਂ। ਅਜਿਹੇ ਉੱਪਰਲੇ ਗੁਰਵਾਕ ਪੜ੍ਹ ਸੁਣ ਕੇ ਕੁਝ ਵੀ ਗੁਮੇ ਨਾ ਕਰਨ ਵਾਲਿਆਂ ਦਾ ਇਹੋ ਹਾਲ ਹੋਊ। ਇਸ ਦਿਸਦੀ ਦੁਨੀਆ ਦੀਆਂ ਮਿੱਠੀਆਂ ਐਸ਼ ਇਸ਼ਰਤੀ ਲੋਰੀਆਂ ਦੇ ਭਰਮ ਭੁਲਾਵਿਆਂ ਵਿੱਚ ਨਿਗਰਤ ਹੋਇਆਂ ਦੀ ਇੱਥੇ ਤਾਂ ਅੱਖ ਨਹੀਂ ਉਗੜੀ ਅਤੇ ਅਗਲੀ ਗੱਲ ਨਹੀਂ ਸੁੱਝੀ, ਪਰ ਉਦੋਂ ਹੀ ਕੰਨ ਖੁੱਲਣਗੇ ਜਦ ਸਿਰ ਤੇ ਆ ਬਣੂ। ਫੇਰ ਕੀ ਬਣਨਾ ਹੈ? ਅਵਸਰ ਖੁੰਝਿਆਂ 1,84 ਜੂਨਾਂ ਦੇ ਫੇਰੇ ਵਿੱਚ ਪਿਆਂ ਖਬਰੇ ਕਦੋਂ ਮਨੁੱਖਾ ਜਨਮ ਮਿਲਣਾ ਹੈ। ਜੰਮਣ ਮਰਨਾ ਕਦੇ ਮੁੱਕਣਾ ਹੀ ਨਹੀਂ, ਜੈਸਾ ਕਿ ਅਗਲਾ ਗੁਰਵਾਕ ਦੱਸਦਾ ਹੈ। ਯਥਾ ਸਤਿਗੁਰ ਜਿਨੀ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਅੰਤਰ ਗਿਆਨ ਨਾ ਆਇਓ, ਮਿਰਤਕ ਹੈ ਸੰਸਾਰ, 1,84 ਫੇਰ ਪਿਆ, ਮਰ ਜੰਮੈ ਹੋਏ ਖੁਆਰ। ਸ੍ਰੀ ਰਾਗ ਕੀ ਵਾਰ, ਸ਼ਲੋਕ ਮਹਲਾ ਤੀਜਾ। ਭਾਵ ਜਿਨ੍ਹਾਂ ਨੇ ਮਨੁੱਖਾ ਜਨਮ ਪਾਇਕੈ ਸਤਿਗੁਰੂ ਦੀ ਦੀਖਿਆ ਨਹੀਂ ਲਈ, ਗੁਰਸਿੱਖੀ ਧਾਰਨ ਨਹੀਂ ਕੀਤੀ, ਸ਼ਬਦ ਕਮਾਈ ਰੂਪੀ ਸੇਵਾ ਭਗਤੀ ਵਾਲੀ ਸੁਮਤ ਨਹੀਂ ਲੀਤੀ, ਉਹ ਸਾਰੀ ਉਮਰ ਅਗਿਆਨੀ ਅੰਧਲੇ ਹੀ ਰਹੇ। ਤਿਨਾਂ ਦੀ ਸਾਰੀ ਅਵਰਦਾ ਅਗਿਆਨ ਵਿੱਚ ਹੀ ਵਿਹਾਈ, ਕਿਉਂਕਿ ਨਾਮ ਅਭਿਆਸ ਕਮਾਈ ਮਈ ਸ਼ਬਦ ਰਸ ਵਿਚਾਰ ਬਾਝੋਂ ਅੰਤਰ ਆਤਮੇ ਗਿਆਨ, ਸੱਚਾ ਗੁਰਮਤ ਗਿਆਨ ਨਹੀਂ ਉਪਜਦਾ। ਬਸ ਇਸ ਗਿਆਨ ਸੱਚੜੇ ਗੁਰਮਤ ਗਿਆਨ ਬਾਝੋਂ ਸਾਰਾ ਸੰਸਾਰ ਮਿਰਤਕ ਹੀ ਹੈ, ਐਵੇਂ ਮੁਰਦਾ ਲੋਥ ਹੀ ਹੈ। ਤਾਂ ਤੇ ਗੁਰ ਗਿਆਨ ਵਿਹੂਣੇ ਨਿਗੁਰੇ ਮਿਰਤਕ ਸੰਸਾਰ ਨੂੰ 84 ਲੱਖ ਜੂਨਾਂ ਦੇ ਫੇਰ ਵਿੱਚ ਅਵਸ਼ ਫਸਣਾ ਪਵੇਗਾ। ਮੁੜ ਮੁੜ ਮਰ ਮਰ ਜਮ ਜਮ ਕੇ ਖੁਆਰ ਹੋਣਾ ਪਊ, ਜੁਗਾਂ ਬੱਧੀ ਖੁਆਰ ਹੋਣਾ ਪਊ। ਪਰ ਜਵਾਨੀ ਜੋਬਨ ਦੀਆਂ ਅਹੰਗਮੇਵ ਗਤੀਆਂ ਭਰ ਲਹਿਰਾਂ ਵਿੱਚ ਅਗਲੀ ਗੱਲ ਸੁਝਦੀ ਨਹੀਂ ਕਿ ਅੱਗੇ ਜਾ ਕੇ ਆਪਣੀਆਂ ਕੀਤੀਆਂ ਕਰਤੂਤਾਂ ਦਾ ਦੇਣੀਆਂ ਵੀ ਦੇਣਾ ਪਊ, ਪਰ ਦੇਣਾ ਜ਼ਰੂਰ ਪਊ, ਜੈਸਾ ਕਿ ਅਗਲਾ ਗੁਰਵਾਕ ਕੰਨ ਖੋਲਦਾ ਹੈ। ਧਰਮ ਰਾਏ ਜਬ ਪਕਰਸ ਬਵਰੇ, ਤਬ ਕਿਆ ਜਵਾਬ ਕਰੇ, ਕਹੁ ਨਾਨਕ ਦੂਜੈ ਪਹਿਰੈ ਪ੍ਰਾਣੀ, ਭਰ ਜੋਬਨ ਲਹਿਰੀ ਦੇ। ਸ੍ਰੀ ਰਾਗ ਮਹਲਾ ਪੰਜਵਾਂ। ਗੁਰੂ ਨਾਨਕ ਸਾਹਿਬ ਸਾਫ਼ ਫਰਮਾਉਂਦੇ ਹਨ ਕਿ ਅੱਗੇ ਜਾ ਕੇ ਧਰਮ ਰਾਏ ਜ਼ਰੂਰ ਫੜ ਕੇ ਲੇਖਾ ਮੰਗੇਗਾ। ਤਾਂ ਉੱਥੇ ਧਰਮ ਰਾਏ ਦੇ ਅੱਗੇ ਕੀ ਜਵਾਬ ਦੇਵੇਗਾ? ਕੁਝ ਵੀ ਨਹੀਂ, ਬਸ ਫਸਿਆ ਸੱਟਾਂ ਖਾਵੇਗਾ। ਇੱਥੇ ਉਸ ਦਾ ਇਹ ਕਹਿ ਛੱਡਣਾ ਕਿ ਅੱਗਾ ਕੁਝ ਨਹੀਂ, ਨਾ ਹੀ ਧਰਮ ਰਾਏ ਹੈ, ਇਹ ਤਾਂ ਐਵੇਂ ਹਊਏ ਹੀ ਹਨ। ਅੱਗੇ ਜਾ ਕੇ ਸਰ ਪਰ ਉਗੜੇਗਾ। ਫੇਰ ਪਛਤਾਵਾ ਲੱਗੂ ਕਿ ਸਤਿਗੁਰੂ ਦੇ ਬਚਨ ਵਾਕਾਂ ਨੂੰ ਵੀ ਐਵੇਂ ਅਸਤ ਕਰਕੇ ਹੀ ਮੰਨਿਆ। ਸਤ ਕਰਕੇ ਮੰਨਦੇ ਤਾਂ ਜਵਾਬਦੇਹੀ ਤਾਂ ਨਾ ਦੇਣੀ ਪੈਂਦੀ। ਧਰਮ ਰਾਏ ਦੀ ਹੋਂਦ ਨਾ ਮੰਨੀ ਤਾਂ ਹੀ ਅਵੇਸਲੇ ਹੋਏ, ਪਾਪ ਕਰਮ ਕਮਾਉਂਦੇ ਰਹੇ। ਪਰ ਜੋਬਨ ਜਵਾਨੀ ਦੀਆਂ ਲਹਿਰਾਂ ਕੁਲਹਿਰਾਂ ਨੇ
ਉਸ ਦੀ ਸੁਰਤੀ ਪਰਮਾਰਥ ਅਤੇ ਪਰਮਾਰਥੀ ਗੁਰਬਚਨਾਂ ਵੱਲ ਆਉਣ ਹੀ ਨਹੀਂ ਦਿੱਤੀ। ਪਰ ਜਿਨ੍ਹਾਂ ਦੀ ਪਹਿਲੀ ਜਗਿਆਸਾ ਵਿੱਚ ਹੀ ਨਾਮ ਜਪਣ ਦੀ ਚੌਂਪ ਆ ਗਈ ਹੈ ਅਤੇ ਸੱਚੜੀ ਲਗਨ ਲੱਗ ਗਈ ਹੈ, ਉਹ ਗੁਰੂ ਚਰਨੀ ਲੱਗ ਕੇ ਗੁਰਮੁਖ ਬਣ ਗਏ ਹਨ। ਗੁਰਮੁਖ ਗੁਰ ਦੀਖਿਆ ਲੈ ਕੇ ਨਾਮ ਅਭਿਆਸ ਵਿੱਚ ਅਰੂੜ ਹੋ ਗਏ ਹਨ। ਤਿਨਾਂ ਨੂੰ ਨਾਮ ਕਮਾਈਆਂ ਕਰ ਪਹਿਲੀ ਅੱਲੜ ਅਵਸਥਾ ਵਿੱਚ ਹੀ ਸੁਹਾਗ ਭਾਗ ਹਰ ਵਰ ਦਰਸ਼ਨ ਦਾ ਪ੍ਰਾਪਤ ਹੋ ਗਿਆ ਹੈ। ਤਿਨਾਂ ਗੁਰਮੁਖੀਆਂ ਹਰ ਦਰਸ਼ਨੀ ਸੁਹਾਗਵੰਤੀਆਂ ਵੱਲ ਪਰਲੋਕ ਵਿੱਚ ਜਾ ਕੇ ਧਰਮ ਰਾਏ ਅੱਖ ਭਰ ਕੇ ਵੀ ਨਹੀਂ ਝਾਕ ਸਕਦਾ, ਕਿਉਂਕਿ ਉਹਨਾਂ ਦਾ ਸਾਰਾ ਲੇਖਾ ਚੁੱਕ ਜਾਂਦਾ ਹੈ। ਰੱਤੀ ਭਰ ਵੀ ਲੇਖੇ ਦੀ ਬਾਕੀ ਨਹੀਂ ਰਹਿੰਦੀ। ਯਥਾ ਗੁਰਵਾਕ ਲੇਖਾ ਧਰਮ ਰਾਏ ਕੀ ਬਾਕੀ, ਜਪ ਹਰ ਹਰ ਨਾਮ ਕਿਰਖੈ, ਮੁੰਦ ਇਆਣੀ ਪਈੜੈ, ਗੁਰਮੁਖ ਹਰ ਦਰਸ਼ਨ ਦਿਖੈ। ਸ੍ਰੀ ਰਾਗ ਮਹਲਾ ਚੌਥਾ, ਘਰ ਦੂਜਾ ਚੰਤ। ਗੁਰ ਸ਼ਬਦ ਰਾਸੀਆਂ, ਨਾਮ ਅਭਿਆਸੀਆਂ, ਜੋਤ ਵਿਗਾਸੀਆਂ ਗੁਰਮੁਖਾਂ ਨੂੰ ਨਾ ਹੀ ਧਰਮ ਰਾਏ ਦਾ ਲੇਖਾ ਦੇਣਾ ਪੈਂਦਾ ਹੈ ਅਤੇ ਨਾ ਹੀ 184 ਜੂਨਾਂ ਵਿੱਚ ਪੈਣਾ ਪੈਂਦਾ ਹੈ। ਉਹਨਾਂ ਦਾ ਇਹ ਜੂਨਾਂ ਵਿੱਚ ਪੈਣ ਵਾਲਾ ਆਵਾਗਵਨੀ ਸਿਲਸਿਲਾ ਹੀ ਮੁੱਕ ਜਾਂਦਾ ਹੈ। ਮਨਮੁੱਖਾਂ ਸਾਕਤ ਸੰਸਾਰੀਆਂ ਦੇ ਸਿਰ ਤੇ ਆਵਾਗਮਨ ਖੜਾ ਹੈ। ਯਥਾ ਗੁਰਵਾਕ ਤਿਸ਼ਨਾ ਅਗਨ ਜਲੈ ਸੰਸਾਰਾ, ਲੋਭ ਅਭਿਮਾਨ ਬਹੁਤ ਅਹੰਕਾਰਾ, ਮਰ ਮਰ ਜਨਮੈ ਪਤ ਗਵਾਏ ਆਪਣੀ, ਬਿਰਥਾ ਜਨਮ ਗਵਾਵਣਿਆ। ਗੁਰ ਕਾ ਸ਼ਬਦ ਕੋ ਵਿਰਲਾ ਬੂਝੈ, ਆਪ ਮਾਰੇ ਤਾਂ ਤ੍ਰਿਭਵਨ ਸੂਝੈ, ਫਿਰ ਉਹ ਮਰੈ ਨਾ ਮਰਣਾ ਹੋਵੈ, ਸਹਿਜੇ ਸੱਚ ਸਮਾਵਣਿਆ। ਮਾਝ ਮਹਲਾ ਤੀਜਾ। ਵਿਆਖਿਆ। ਸਾਰਾ ਸੰਸਾਰ ਤ੍ਰਿਸ਼ਨਾ ਦੀ ਅਗਨੀ ਵਿੱਚ ਪਿਆ ਜਲਦਾ ਸੜਦਾ ਬਲਦਾ ਹੈ। ਬਹੁਤਾ ਹੀ ਲੋਭ ਅਭਿਮਾਨ ਅਹੰਕਾਰ ਸਾਰੇ ਸੰਸਾਰ ਨੂੰ ਵਿਆਪਿਆ ਹੋਇਆ ਹੈ, ਜਿਸ ਕਰਕੇ ਪਰਮਾਰਥ ਵੱਲ ਸੰਸਾਰ ਦੀ ਰੁਚੀ ਨਹੀਂ, ਨਾਮ ਜਪਣ ਵੱਲੋਂ ਉੱਕਾ ਹੀ ਅਰੁਚੀ ਹੈ। ਸਿੱਟਾ ਇਹੀ ਨਿਕਲਦਾ ਹੈ ਕਿ ਮੁੜ ਮੁੜ ਫੇਰ ਜੰਮਦਾ ਮਰਦਾ ਅਤੇ ਮਰਦਾ ਜੰਮਦਾ ਹੈ। ਆਪਣੀ ਪਤ ਪ੍ਰਤੀਤ ਸਗੋਂ ਉੱਕਾ ਹੀ ਗਵਾ ਬੈਠਦਾ ਹੈ। ਸਾਰਾ ਮਨੁੱਖਾ ਜਨਮ ਹੀ ਸਮੁੱਚੇ ਸੰਸਾਰ ਦਾ ਬਿਰਥਾ ਹੀ ਜਾਂਦਾ ਹੈ। ਗੁਰੂ ਦਾ ਸ਼ਬਦ ਗੁਰਮੰਤਰ ਬੁੱਝਣਹਾਰਾ ਕੋਈ ਵਿਰਲਾ ਹੀ ਹੁੰਦਾ ਹੈ। ਜਿਸ ਗੁਰਮੁਖ ਨੇ ਬੁੱਝ ਲਿਆ, ਉਸ ਨੂੰ ਸ਼ਬਦ ਕਮਾਈ ਕਰ ਤ੍ਰਿਭਵਨ ਦੀ ਸੋਝੀ ਆ ਗਈ, ਕਿਉਂਕਿ ਅਭਿਆਸ ਕਮਾਈਆਂ ਦੇ ਪ੍ਰਤਾਪ ਕਰ ਉਸ ਦਾ ਆਪਾ ਮਰ ਗਿਆ। ਸਾਰੇ ਆਪੇ ਦੇ ਹੀ ਸਿਆਪੇ ਹਨ, ਆਪੇ ਦੇ ਹੀ ਸਿਆਪੇ ਕਰ ਤ੍ਰਿਸ਼ਨਾ ਅਗਨ ਦੇ ਜਲਨ ਜਲਾਪੇ ਹਨ। ਆਪੇ ਦੇ ਸਿਆਪੇ ਕਰ ਹੀ ਲੋਭ ਮੋਹ ਅਭਿਮਾਨ ਦੇ ਲਹਿਰ ਵਿਆਪੇ ਹਨ। ਜਿਸ ਨੇ ਇਹ ਆਪਾ ਮਾਰ ਲਿਆ, ਗੁਰ ਸ਼ਬਦ ਕਮਾਈ ਕਰ ਜਿਸ ਨੇ ਇਹ ਆਪਾ ਸੰਵਾਰ ਲਿਆ, ਤਿਸ ਨੂੰ ਬਸ ਤਿਸੇ ਨੂੰ ਹੀ ਤ੍ਰਿਭਵਨ ਦੀ ਸੋਝੀ ਹੋਇ ਆਈ। ਸਹਿਜ ਸੱਚ ਵਿੱਚ ਹੀ ਉਸ ਦੀ ਸਮਾਈ ਹੋ ਗਈ। ਉਹ ਫੇਰ ਨਾ ਮਰਦਾ ਹੈ, ਨਾ ਉਸ ਦਾ ਮਰਨ ਹੁੰਦਾ ਹੈ। ਇਉਂ ਆਵਾਗਮਨ ਉਸ ਦਾ ਮਿਟ ਜਾਂਦਾ ਹੈ। ਪਰ ਸ਼ਬਦ ਬਿਮੁਖਾਂ ਦੇ ਸਿਰ ਤੇ ਇਹ ਆਵਾਗਾਉਣ ਦਾ ਭੂਤ ਸਵਾਰ ਹੀ ਰਹਿੰਦਾ ਹੈ। ਭਾਵੇਂ ਕੋਈ ਕਿਤਨਾ ਹੀ ਸ਼ਾਸਤਰ ਬੇਦਾ ਪੜ੍ਹਿਆ ਪੰਡਿਤ ਹੋਵੇ, ਦੂਜੇ ਭਾਏ ਦੀਆਂ ਪੜ੍ਹਾਈਆਂ ਪੰਡਤਾਈਆਂ ਇਹ ਆਵਾਗਮਣੀ ਚੱਕਰ ਨਹੀਂ ਮਿਟਾ ਸਕਦੀਆਂ। ਸਗੋਂ ਜਿਤਨੀਆਂ ਵੀ ਹੋਰ ਭਾਏ ਦੀਆਂ ਚੰਚਲ ਚਤੁਰਾਈਆਂ ਸ਼ਾਸਤਰ ਪੜ੍ਹਾਈਆਂ ਹਨ, ਹੋਰ ਦਸੂਣੀ ਜੂਨੀਆਂ ਦੇ ਆਵਾਗਮਣੀ ਜੰਜਾਲ ਵਿੱਚ ਪਾਉਂਦੀਆਂ ਹਨ। ਯਥਾ ਗੁਰਵਾਕ ਮਨਮੁਖ ਪੜ੍ਹੈ ਪੰਡਿਤ ਕਹਾਵੈਂ, ਦੂਜੈ ਭਾਏ ਮਹਾਂ ਦੁਖ ਪਾਵੈਂ, ਬਿਖਿਆ ਮਾਤੇ ਕਿਛ ਸੂਝੈ ਨਾਹੀਂ, ਫਿਰ ਜੂਨੀ ਆਵਣਿਆ। ਮਾਝ ਮਹਲਾ ਤੀਜਾ। ਆਵਾਗਮਣੀ ਸੰਗਲੀ ਦਾ ਨਿਖੇਰ ਨਿਰਣਾ ਇਹ ਅਗਲਾ ਗੁਰਵਾਕ ਖੂਬ ਵਿਸਥਾਰ ਪੂਰਵਕ ਦਰਸਾਉਂਦਾ ਹੈ। ਦੇਖੋ ਜ਼ਰਾ ਵਿਚਾਰ ਕੇ। ਯਥਾ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਰਹਾਓ ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਹਿਰ ਖਰਿਆ, ਕਈ ਜਨਮ ਸਾਖ ਕਰ ਉਪਾਇਆ, 184 ਜੋਨ ਭਰਮਾਇਆ। ਸਾਧ ਸੰਗ ਭਇਓ ਜਨਮ ਪ੍ਰਾਪਤ, ਕਰ ਸੇਵਾ ਭਜ ਹਰ ਹਰ ਗੁਰਮਤ, ਤਿਆਗ ਮਾਨ ਝੂਠ ਅਭਿਮਾਨ, ਜੀਵਤ ਮਰੈ ਦਰਗਾਹ ਪਰਵਾਨ। ਗੌੜੀ ਗਵਾਰੇਰੀ ਮਹਲਾ ਪੰਜਵਾਂ। ਇਸ ਗੁਰਵਾਕ ਵਿਖੇ ਸਪਸ਼ਟ ਹੀ ਆਵਾਗਮਣੀ ਦੁਨੀਆ ਨੂੰ ਨਿਰਣਾਇਆ ਹੈ। ਇਹ ਬੜਾ ਹੀ ਇਬਰਤ ਆਮੇਜ਼ ਨਿਰਣਾ ਹੈ ਜੂਨੀਆਂ ਦਾ। ਕਈ ਜਨਮ ਤਾਂ ਕੀੜਿਆਂ ਪਤੰਗਿਆਂ ਦੀਆਂ ਜੂਨੀਆਂ ਵਿੱਚ ਖਪਤ ਹੋ ਜਾਂਦੇ ਹਨ। ਅਨੇਕਾਂ ਜਨਮ ਹਾਥੀ ਮੱਛੀਆਂ ਤੇ ਹਰਨਾਂ ਮਿਰਗਾਂ ਦੀਆਂ ਜੂਨੀਆਂ ਦੇ ਗੁਜ਼ਾਰਨੇ ਪਏ ਹਨ।
ਕਈ ਜਨਮ ਪੰਖੀ ਪਰਿੰਦਿਆਂ ਦੀਆਂ ਨਾਨਾ ਪ੍ਰਕਾਰੀ ਜੂਨੀਆਂ ਦੇ ਅਤੇ ਕਈ ਜਨਮ ਭਾਂਤ-ਭਾਂਤ ਦੇ ਸੱਪਾਂ ਦੀਆਂ ਜੂਨੀਆਂ ਵਿੱਚ ਦੀ ਹੋ ਕੇ ਆਉਣਾ ਪਿਆ ਹੈ। ਕਈ ਜਨਮ ਹਾਥੀ ਆਦਿਕ ਚਰਾਚਰ ਚੌਪਾਇਆਂ ਦੀਆਂ ਜੂਨੀਆਂ ਵਿੱਚ ਦੀ ਲੰਘਣਾ ਪਿਆ ਹੈ। ਕਈ ਜਨਮ ਅਨੇਕ ਪ੍ਰਕਾਰ ਦੀਆਂ ਕਿਸਮਾਂ ਦੇ ਬ੍ਰਿਛਾਂ ਦੀ ਜੜ ਜੂਨੀਆਂ ਵਿੱਚ ਸੈਂਕੜੇ ਹਜ਼ਾਰਾਂ ਬਰਸਾਂ ਤੀਕ ਖਪਤ ਹੋਣਾ ਪਿਆ। ਬੜੇ ਚਿਰੰਕਾਲ ਪਿੱਛੋਂ ਇਹ ਮਨੁੱਖ ਜੂਨੀ ਵੱਡੇ ਭਾਗਾਂ ਕਰ ਮਿਲਦੀ ਹੈ ਤੇ ਹੁਣ ਤੈਨੂੰ ਮਿਲੀ ਹੈ। ਹੇ ਮਨੁੱਖ, ਇਹੀ ਮਨੁੱਖ ਜੂਨੀ ਜਗਦੀਸ਼ ਨੂੰ ਮਿਲਣ ਦੀ ਬਰੀਆ ਹੈ, ਵੇਲਾ ਹੈ। ਇਸ ਮਨੁੱਖ ਜਨਮ ਨੂੰ ਅਜਾਈਂ ਗਵਾ ਕੇ ਫੇਰ ਉਸ ਆਵਾਗੌਣ ਦੇ 1,84 ਜੂਨੀਆਂ ਦੇ ਨਾ ਮੁੱਕਣ ਵਾਲੇ ਸਿਲਸਿਲੇ ਵਿੱਚ ਪੈਣਾ ਪਊ। ਪਤਾ ਨਹੀਂ ਫੇਰ ਇਹ ਅਵਸਰ ਮਨੁੱਖਾ ਜਨਮ ਦਾ ਹੱਥ ਜੁੜੇ ਕਿ ਨਾ ਜੁੜੇ। ਤਾਂ ਤੇ ਇਸੇ ਜਨਮ ਵਿੱਚ ਹੀ ਨਾਮ ਜਪ ਕੇ ਜਗਦੀਸ਼ ਨੂੰ ਮਿਲਣ ਦੇ ਸਰੰਜਾਮ ਵਿੱਚ ਪੈਣਾ ਅਵਸ਼ਕ ਉਦਮ ਹੈ। ਹੇ ਪ੍ਰਾਣੀ, ਤੇਰਾ ਮਿਲਣਾ ਹੈ ਤਾਂ ਜਗਦੀਸ਼ ਨੂੰ ਮਿਲ ਲੈ। ਗੋਬਿੰਦ ਮਿਲਣ ਦੀ ਇਹ ਬਰੀਆ ਹੈ। ਇੱਥੋਂ ਖਿਸਕਿਆਂ ਫੇਰ ਉਹੀ ਭਿਆਨਕ ਜੂਨੀਆਂ ਦਾ ਅਤ ਲੰਮਾ ਗੇੜਾ ਕਦੇ ਨਾ ਮੁੱਕਣ ਵਾਲਾ ਭੁਗਤਣਾ ਪਊ। ਦੇਖੋ, ਜੂਨੀਆਂ ਦੇ ਸਿਲਸਿਲੇ ਦਾ ਬਿਖਮ ਬਿਖੜੇਮਾ ਕਿਤਨਾ ਲੰਮੇਰਾ ਹੈ। ਕਈ ਜਨਮ ਜਨਮਾਂਤਰਾਂ ਤੋੜੀ ਪੱਥਰਾਂ ਪਹਾੜਾਂ ਦੀ ਜੂਨ ਹੀ ਭੁਗਤਣੀ ਪੈਂਦੀ ਹੈ। ਕਈ ਜਨਮਾਂ ਤੋੜੀ ਗਰਭਾਂ ਵਿੱਚ ਖੁਰਨ ਖੱਪਣ ਦੀਆਂ ਸਜ਼ਾਵਾਂ ਮਿਲਦੀਆਂ ਹਨ। ਜੀਵ ਜੰਮਣੇ ਹੀ ਨਹੀਂ ਪਾਉਂਦੇ, ਗਰਭਾਂ ਅੰਦਰ ਹੀ ਖੁਰ ਖੱਪ ਜਾਂਦੇ ਹਨ। ਗਰਭ ਵਿੱਚ ਪਏ ਤੇ ਗਰਭ ਵਿੱਚ ਹੀ ਖੁਰ ਖੱਪ ਗਏ, ਫੇਰ ਪਏ ਫੇਰ ਖੁਰੇ ਖਪੇ। ਇਹ ਅਮੁੱਕ ਸਜ਼ਾਈ ਮੁਕਣੀਆਂ ਹੀ ਨਹੀਂ। ਗਰਭੋਂ ਬਾਹਰ ਜਨਮ ਹੋਣਾ ਹੀ ਨਹੀਂ ਪਾਉਣਾ। ਵਿੱਚੇ ਹੀ ਜੰਮਣਾ ਮਰਨਾ ਜੁਗਾਂ ਪਰਯੰਤ ਅਨੇਕ ਅਭਾਗੇ ਅਤੇ ਖੋਟੇ ਭਾਗਾਂ ਵਾਲੇ ਜੀਵਾਂ ਦਾ ਹੁੰਦਾ ਹੈ। ਕਈ ਜਨਮ ਬਨਸਪਤੀ ਦੀਆਂ ਅਸੰਖਾਂ ਸ਼ਾਖਾਂ ਦੀਆਂ ਜੂਨੀਆਂ ਵਿੱਚ ਭੁਗਤਣੇ ਪੈਂਦੇ ਹਨ। ਗੱਲ ਕੀ ਇਸ ਬਿਧ 1,84 ਜੂਨਾਂ ਵਿੱਚ ਭ੍ਰਮਣ ਦਾ ਸਿਲਸਿਲਾ ਮੁੱਕਦਾ ਹੀ ਨਹੀਂ। ਹੇ ਪ੍ਰਾਣੀ, ਵੱਡੇ ਭਾਗਾਂ ਕਰ ਤੈਨੂੰ ਮਨੁੱਖਾ ਜੂਨੀ ਪ੍ਰਾਪਤ ਹੋਈ ਹੈ। ਫੇਰ ਉਦੋਂ ਵੀ ਵੱਡੇ ਉਗਰ ਭਾਗ ਤੇਰੇ ਇਹ ਹਨ ਕਿ ਗੁਰੂ ਘਰ ਦੀ ਸਾਧ ਸੰਗਤ ਵਿੱਚ ਜਨਮ ਪਾ ਕੇ ਵਾਸਾ ਮਿਲਿਆ ਹੈ। ਤਾਂ ਤੇ ਇਹ ਅਵਸਰ ਵੱਡਾ ਅਮੂਲਕ ਤੇਰੇ ਹੱਥ ਆਇਆ ਹੈ। ਸਾਧ ਸੰਗਤ ਦੀ ਸੇਵਾ ਜਿਤਨੀ ਵੀ ਕਰ ਸਕਦਾ ਹੈ ਕਰ ਲੈ ਅਤੇ ਸੇਵ ਕਰ ਨਾਲੋਂ ਨਾਲ ਹੀ ਗੁਰਮਤਿ ਵਿਧੀ ਅਨੁਸਾਰ ਰੱਜ ਕੇ ਭਜਨ ਕਰ ਲੈ। ਕੁੜਾਵੇ ਮਾਣ ਨੂੰ, ਝੂਠ ਅਭਿਮਾਨ ਨੂੰ ਉੱਕਾ ਹੀ ਤਿਆਗ ਦੇ। ਤਾਂ ਤੂੰ ਇਸ ਜੱਗ ਵਿੱਚ ਜਿਉਂਦਾ ਵੀ ਅਤੇ ਅੱਗੇ ਮਰ ਕੇ ਵੀ ਹਰ ਦਰਗਾਹ ਪਰਵਾਨ ਪਵੇਂਗਾ। ਨਹੀਂ ਤਾਂ ਤੇਰਾ ਠਿਕਾਣਾ ਕੋਈ ਨਹੀਂ। ਆਵਾਗੌਣ ਵਿੱਚ ਪਿਆ ਤਾਂ ਬਸ ਗਿਆ, ਇੱਥੋਂ ਥਿੜਕਿਆ ਠੌਰ ਨਾ ਠਾਉ। ਕੀ ਇਸ ਗੁਰਵਾਕ ਨੂੰ ਵਿਚਾਰ ਕੇ ਕੋਈ ਸਿੱਖ ਮਾਤਰ ਆਵਾਗੌਣ ਤੋਂ ਮੁਨਕਰ ਹੋ ਸਕਦਾ ਹੈ? ਕਦਾਚਿਤ ਨਹੀਂ। ਜੋ ਹੁੰਦਾ ਹੈ ਉਹ ਅਭਾਗਾ ਹੈ। ਨਾ ਹੀ ਕੋਈ ਧਰਮ ਰਾਏ ਦੇ ਵਜੂਦ ਤੋਂ ਮੁਨਕਰ ਹੋ ਸਕਦਾ ਹੈ। ਹਾਂ, ਜੋ ਅਕਿਰਤ ਘਣ ਨਾਮ ਅਤੇ ਨਾਮੀ ਵਾਹਿਗੁਰੂ ਤੋਂ ਹੀ ਮੁਨਕਰ ਹਨ, ਉਹ ਭਾਵੇਂ ਮੁਨਕਰ ਹੋ ਜਾਣ ਧਰਮ ਰਾਏ ਦੀ ਹੋਂਦ ਹਸਤੀ ਮੰਨਣ ਤੋਂ, ਪਰ ਚਾਹੇ ਮੁਨਕਰ ਹੋਣ ਚਾਹੇ ਨਾ ਹੋਣ, ਉਹਨਾਂ ਨੂੰ ਅੱਗੇ ਜਾ ਕੇ ਧਰਮ ਰਾਏ ਅਤੇ ਧਰਮ ਰਾਏ ਦੇ ਦੂਤਾਂ ਦੀਆਂ ਸੱਟਾਂ ਸਹਿਣੀਆਂ ਹੀ ਪੈਣਗੀਆਂ। ਯਥਾ ਗੁਰਵਾਕ ਖਾਂਦਾ ਪਹਿਨਦਾ ਮੂਕਰ ਪਾਏ, ਤਿਸਨੂੰ ਜੋ ਹੈ ਦੂਤ ਧਰਮ ਰਾਏ। ਗੌੜੀ ਮਹੱਲਾ ਪੰਜਵਾਂ। ਜੋ ਹੰਕਾਰੀ ਪੁਰਸ਼ ਕਿਸੇ ਨੂੰ ਨਹੀਂ ਬਿੱਦਦਾ, ਉਹਨੂੰ ਅੱਗੇ ਜਾ ਕੇ ਧਰਮ ਰਾਏ ਦੇ ਹੱਥੋਂ ਖੁਆਰੀ ਵਿੱਚ ਪੈਣਾ ਪੈਂਦਾ ਹੈ। ਯਥਾ ਗੁਰਵਾਕ ਕਿਸੇ ਨਾ ਬੱਧੈ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਕੀ ਇਹ ਸੁਖਮਨੀ ਸਾਹਿਬ ਦਾ ਵਾਕ ਐਵੇਂ ਹੀ ਉਚਾਰਨ ਹੋਇਆ ਹੈ? ਇਸ ਦੀ ਸੱਚਾਈ ਦੀ ਰੋਸ਼ਨੀ ਅੰਦਰ ਧਰਮ ਰਾਏ ਦੀ ਹੋਂਦ ਸਪਸ਼ਟ ਹੈ। ਕੌਣ ਮੁਨਕਰ ਹੋ ਸਕਦਾ ਹੈ? ਹੰਕਾਰੀਆਂ ਨੂੰ ਖੁਆਰੀ ਧਰਮ ਰਾਏ ਦੇ ਦਰਬਾਰ ਵਿੱਚ ਜਾ ਕੇ ਭੁਗਤਣੀ ਹੀ ਪਏਗੀ। ਫਿਰ ਇਹੋ ਅਸ਼ਟਪਦੀ ਸੁਖਮਨੀ ਸਾਹਿਬ ਦੀ ਦੱਸਦੀ ਹੈ, ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜ਼ਾਏ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਸਾਫ਼ ਜ਼ਾਹਰ ਹੈ ਕਿ ਮਾਇਆ ਦੇ ਮੋਹ ਵਿੱਚ ਮੱਤਿਆਂ ਮਗਨਤਿਆਂ ਨੂੰ ਅੱਗੇ ਚੱਲ ਕੇ ਧਰਮ ਰਾਏ ਦੀ ਸਜ਼ਾਏ ਜ਼ਰੂਰ ਭੁਗਤਣੀ ਪਏਗੀ। ਧਰਮ ਰਾਏ ਨੂੰ ਬਣਾਇਆ ਹੀ ਇਸ ਖਾਤਰ ਹੈ, ਸੱਚਾ ਨਿਆਂ ਵਿਚਾਰਨ ਨੂੰ, ਪਾਪੀਆਂ ਨੂੰ ਸਜ਼ਾਵਾਂ ਦੇਣ ਨੂੰ ਅਤੇ ਧਰਮੀਆਂ ਨੂੰ ਬਰੀ ਕਰਨ ਨੂੰ। ਧਰਮੀਆਂ ਕਰਮੀਆਂ ਦੇ ਨਿਆਂ ਨਿਬੇੜੇ ਜ਼ਰੂਰ ਹੁੰਦੇ ਹਨ। ਨਾਮ ਜਪਣ ਹਾਰਿਆਂ ਦੇ ਹਿਸਾਬ ਲੇਖੇ ਇੱਥੇ ਹੀ ਮੁੱਕ ਜਾਂਦੇ ਹਨ। ਤਿਨਾਂ ਦੇ ਨੇੜੇ ਧਰਮ ਰਾਏ ਨਹੀਂ ਆਉਂਦਾ, ਨਾ ਹੀ ਲੇਖਾ ਮੰਗਦਾ ਹੈ।
ਨਾ ਹੀ ਚਿੱਤਰਗੁਪਤ ਲੇਖਾ ਮੰਗਦੇ ਹਨ। ਯਥਾ ਗੁਰਵਾਕ ਜਹ ਲਾਲਚ ਜਾ ਗਾਤੀ ਘਾਟ, ਦੂਰ ਰਹੀ ਉਹ ਜਨ ਤੇ ਬਾਟ। ਜਹ ਆਵਟੇ ਬਹੁਤ ਘਨ ਸਾਥ, ਪਾਰ ਬ੍ਰਹਮ ਕੇ ਸੰਗੀ ਸਾਧ। ਚਿੱਤਰਗੁਪਤ ਸਭ ਲਿਖਤੇ ਲੇਖਾ, ਭਗਤ ਜਨਾਂ ਕੋ ਦ੍ਰਿਸ਼ਟ ਨਾ ਪੇਖਾ। ਆਸਾ ਮਹਲਾ ਪੰਜਵਾਂ। ਭਾਵ ਅੱਗੇ ਜਾ ਕੇ ਜਿੱਥੇ ਲੋਭ ਦਾ ਮਸੂਲੀ ਪੱਤਣ ਹੈ, ਉਹ ਰਸਤਾ ਭਗਤਾਂ ਤੋਂ ਦੂਰ ਲਾਂਭੇ ਹੀ ਰਹਿ ਜਾਂਦਾ ਹੈ। ਜਿੱਥੇ ਬਹੁਤ ਸਾਰੇ ਕਾਫਲੇ ਪੀੜੇ ਤਪਾਏ ਜਾਂਦੇ ਹਨ, ਉੱਥੇ ਸਾਧ ਲੋਕਾਂ ਨੂੰ ਕੋਈ ਤੌਖਲਾ ਨਹੀਂ ਹੁੰਦਾ, ਕਿਉਂਕਿ ਉਹ ਤਾਂ ਪਾਰਬ੍ਰਹਮ ਦੇ ਦੇਸ਼ ਦੇ ਵਾਸੀ ਹੁੰਦੇ ਹਨ। ਵਾਹਿਗੁਰੂ ਉਹਨਾਂ ਦੇ ਅੰਗ ਸੰਗ ਹੁੰਦਾ ਹੈ, ਉਹ ਵਾਹਿਗੁਰੂ ਦੇ ਅੰਗ ਸੰਗ ਰਹਿੰਦੇ ਹਨ। ਹੋਰਨਾਂ ਸਾਰਿਆਂ ਭਗਤ ਹੀਣਿਆਂ ਦੇ ਲੇਖੇ ਚਿੱਤਰਗੁਪਤ ਲਿਖਦੇ ਹਨ, ਪਰ ਭਗਤ ਜਨਾਂ ਵੱਲ ਇਹ ਚਿੱਤਰਗੁਪਤ ਅੱਖ ਭਰ ਕੇ ਵੀ ਨਹੀਂ ਝਾਕ ਸਕਦੇ। ਇਸ ਗੁਰਵਾਕ ਤੋਂ ਸਿੱਧ ਹੋਇਆ ਕਿ ਪਰਲੋਕ ਦੀ ਅਣਡਿੱਠੀ ਰਚਨਾ ਵਿਖੇ ਜਮ ਜਾ ਗਾਤੀਆਂ ਦੇ ਪੱਤਣ ਘਾਟ ਵੀ ਬਣੇ ਹੋਏ ਹਨ। ਚਿੱਤਰਗੁਪਤ ਧਰਮ ਰਾਏ ਦੇ ਮੁਨਸ਼ੀਆਂ ਦੇ ਮਹਿਕਮੇ ਅਲੱਗ ਹਨ। ਦਫ਼ਤਰਾਂ ਦੇ ਦਫ਼ਤਰ ਉੱਥੇ ਖੁੱਲੇ ਹੋਏ ਹਨ। ਇੱਥੇ ਪਾਪੀ ਪੁਰਸ਼ਾਂ ਦੇ ਟੋਲਿਆਂ ਦੀਆਂ ਕਤਾਰਾਂ ਪੁਰਸਲਾਤ ਤੋਂ ਲੰਘਦੀਆਂ ਹਨ। ਖੰਨਿਓ ਤਿੱਖੇ ਵਾਲੋਂ ਨਿੱਕੇ ਥਾਂ ਅਡਰੇ ਬਣੇ ਹੋਏ ਹਨ। ਅਜਿਹੇ ਥਾਂ ਮੌਤ ਦੇ ਘਾਟ ਲੰਘ ਕੇ ਫੇਰ ਮੁੜ ਕੇ ਦੇਖ ਕੇ ਕਈ ਪ੍ਰਾਣੀ ਆਏ ਹਨ। ਇੱਕ ਨਹੀਂ, ਅਨੇਕਾਂ ਦੀਆਂ ਮਿਸਾਲਾਂ ਮੌਜੂਦ ਹਨ। ਪਹਿਲੀ ਪਲੇਗ ਜਦੋਂ ਪੰਜਾਬ ਆਈ ਹੈ, ਉਦੋਂ ਪਲੇਗ ਡਿਊਟੀ ਤੇ ਮੈਂ ਨਾਇਬ ਤਹਿਸੀਲਦਾਰ ਲੱਗਾ ਹੋਇਆ ਸੀ। ਅਜਿਹੇ ਕਈ ਕੇਸ ਉਦੋਂ ਦੇਖੇ ਕਿ ਉਹ ਮਰ ਕੇ ਫੇਰ ਜਿਉਂਦੇ ਹੋ ਗਏ ਅਤੇ ਉਹਨਾਂ ਦੇ ਮੁੜ ਜਿਉ ਉੱਠਣ ਸਾਰ ਉਹਨਾਂ ਦੇ ਨਾਮਾਂ ਦੇ ਹੋਰ ਆਦਮੀ ਉਸੇ ਘੜੀ ਹੀ ਮਰ ਗਏ। ਉਹਨਾਂ ਤੋਂ ਜ਼ੁਬਾਨੀ ਇਹ ਗੱਲਾਂ ਸੁਣੀਆਂ। ਜਿੱਥੇ ਜਿੱਥੇ ਉਹਨਾਂ ਨੂੰ ਅਗਲੀ ਅਣਡਿੱਠੀ ਦੁਨੀਆ ਵਿੱਚ ਫੜਨਹਾਰੇ ਫੜ ਕੇ ਲੈ ਜਾਂਦੇ ਰਹੇ ਅਤੇ ਮੁੜ ਕੇ ਫੇਰ ਵਾਪਸ ਲਿਆਉਂਦੇ ਰਹੇ। ਉਹਨਾਂ ਨੇ ਧਰਮ ਰਾਏ ਅਤੇ ਧਰਮ ਰਾਏ ਦੇ ਦਫ਼ਤਰ ਤੇ ਦਫ਼ਤਰੀ ਚਿੱਤਰਗੁਪਤ ਵੀ ਦੇਖੇ, ਲੇਖੇ ਦੀਆਂ ਵਹੀਆਂ ਵੀ ਦੇਖੀਆਂ। ਕੰਬਦਿਆਂ ਕੰਬਦਿਆਂ ਨੇ ਸਾਰੇ ਭਿਅੰਕਰ ਦ੍ਰਿਸ਼ ਦੱਸੇ ਜੋ ਉਹਨਾਂ ਨੇ ਦੇਖੇ। ਕਈ ਸੰਤ ਜਨਾਂ, ਗੁਰਮੁਖ ਫਕੀਰ ਲੋਕਾਂ ਨੇ ਵੀ ਇਹ ਭਿਆਨਕ ਦ੍ਰਿਸ਼ ਦੇਖੇ। ਇਸ ਲੋਕ ਵਿੱਚ ਬੈਠਿਆਂ ਨੇ, ਜਿਉਂਦੇ ਜਾਗਦਿਆਂ ਨੇ ਹੀ ਇਹ ਝਾਕੀਆਂ ਅਣਡਿੱਠੀ ਦੁਨੀਆ ਦੀਆਂ ਦੇਖੀਆਂ, ਜੋ ਐਨ ਉੱਪਰ ਦੱਸੇ ਗੁਰਵਾਕਾਂ ਦੇ ਭਾਵ ਨਾਲ ਢੁਕਦੀਆਂ ਹਨ। 1903 ਵਿੱਚ ਸਾਡੇ ਸਾਹਮਣੇ ਹੀ ਸਾਡੇ ਪਿੰਡ ਦੀ ਇੱਕ ਜਿਉਣੀ ਨਾਮੇ ਜ਼ਿਮੀਂਦਾਰਨੀ ਪਲੇਗ ਨਾਲ ਮਰ ਗਈ। ਉਸ ਨੂੰ ਮਰੀ ਹੋਈ ਨੂੰ ਸਿੜੀ ਤੇ ਪਾ ਕੇ ਮੜੀਆਂ ਮਸਾਣ ਭੂਮੀ ਵਿੱਚ ਲੈ ਗਏ, ਜਿੱਥੇ ਜਾ ਕੇ ਉਹ ਫੂਕੇ ਜਾਣ ਤੋਂ ਪਹਿਲਾਂ ਹੀ ਅਚਾਨਕ ਜਿਉਂਦੀ ਹੋ ਗਈ ਅਤੇ ਉੱਠ ਬੈਠੀ। ਉੱਠਦੀ ਨੇ ਹੀ ਦੱਸਿਆ ਕਿ ਮੇਰੀ ਥਾਂ ਜਿਉਣੀ ਸੈਂਸਣ ਨੂੰ ਲੈ ਜਾਣਾ ਸੀ, ਮੈਨੂੰ ਗਲਤੀ ਨਾਲ ਲੈ ਗਏ ਸਨ। ਲੈ ਜਾਣ ਵਾਲੇ ਜਮਦੂਤ ਜਿਵੇਂ ਉਸਨੇ ਦੇਖੇ ਤਿਵੇਂ ਦੱਸੇ। ਧਰਮ ਰਾਏ ਅਤੇ ਚਿੱਤਰਗੁਪਤ ਦਾ ਭਿਆਨਕ ਨਜ਼ਾਰਾ ਉਸਨੇ ਆਪਣੀ ਜ਼ਬਾਨੀ ਦੱਸਿਆ। ਐਨ ਉਸੇ ਛਿਨ ਵਿਖੇ ਜਦੋਂ ਉਹ ਜਿਉਂਦੀ ਹੋਈ, ਉਦੋਂ ਹੀ ਜਿਉਣੀ ਸੈਂਸਣ ਮਰ ਗਈ। ਇਹੋ ਜਿਹੀਆਂ ਹੋਰ ਕਈ ਉਦਾਹਰਨਾਂ ਹਨ। ਇੱਕੜ ਦੁੱਕੜ ਨਹੀਂ, ਦਹਿ ਦਹੱਕੜ ਹਨ। ਅਗਮ ਅਗੋਚਰ ਵਾਹਿਗੁਰੂ ਦੇ ਦਰਸ ਦਰਸਾਰੀਆਂ ਭਗਤ ਬਿਰਦ ਬਿਰਦਾਰੀਆਂ ਦੀ ਅਗਮ ਗਤੀ ਨੂੰ ਦੇਖ ਕੇ ਤਾਂ ਧਰਮ ਰਾਜਾ ਵੀ ਬਿਸਮਾਦ ਹੋ ਕੇ ਉਹਨਾਂ ਦੀ ਪੈਰੀਂ ਪੈ ਜਾਂਦਾ ਹੈ। ਐਸਾ ਕਲਯੁਗ ਅੰਦਰ ਸਤਿਗੁਰੂ ਨੇ ਕਲਯੁਗੀ ਜੀਵਾਂ ਦਾ ਉਧਾਰ ਕੀਤਾ ਹੈ ਕਿ ਅਨੇਕਾਂ ਮੂੜ ਪਲੀਤੀ ਘੇਰੀਆਂ, ਮਲੀਨ ਮਨੇਰੀਆਂ, ਮਲ ਪਖਧਾਰੀਆਂ, ਮੂੜ ਮੁਗਧਾਰੀਆਂ ਨੂੰ ਸੇਵਾ ਭਗਤੀ ਵਿੱਚ ਲਾਇ ਕੇ ਉਧਾਰਿਆ ਹੈ। ਉਹਨਾਂ ਅੰਦਰ ਵਾਹਿਗੁਰੂ ਸ੍ਰਿਸ਼ਟ ਧਰਤੇ ਕਰਤੇ ਪੁਰਖ ਦੀ ਪ੍ਰਤੱਖ ਜੋਤ ਜਗਦੀ ਦੇਖ ਕੇ ਧਰਮ ਰਾਏ ਚਕਿਰਤ ਰਹਿ ਗਿਆ ਹੈ। ਪੂਰਾਂ ਦੇ ਪੂਰ ਸਤਿਗੁਰੂ ਦੀ ਪੈਰੀਂ ਪੈ ਕੇ ਪਾਰ ਪਏ ਅਤੇ ਅੱਗੇ ਨੂੰ ਪਾਰ ਪੈਣਗੇ ਸਤਿਗੁਰੂ ਦੇ ਬੇੜੇ ਚੜ੍ਹ ਕੇ। ਸਤਯੁਗ ਤ੍ਰੇਤਾ ਦੁਆਪਰ ਯੁਗਾਂ ਨਾਲੋਂ ਇਸੇ ਕਰਕੇ ਕਲਯੁਗ ਸ੍ਰੇਸ਼ਟ ਅਤੇ ਉੱਤਮ ਹੈ ਕਿ ਇਸ ਵਿਖੇ ਨਾਮ ਦੇ ਪ੍ਰਤਾਪ ਕਰ ਬਹੁਤਿਆਂ ਦੇ, ਅਨੇਕਾਂ ਅਸੰਖਾਂ ਦੇ ਉਧਾਰ ਹੋਏ ਤੇ ਹੋਣਗੇ ਤੇ ਹੱਥੋਂ ਹੱਥ ਨਿਬੇੜੇ ਹੋਣਗੇ। ਆਪੋ ਆਪਣੇ ਕੀਤੇ ਕਰਮਾਂ ਦਾ ਫਲ ਅੱਡੋ ਅੱਡ ਕਰਮ ਕਰਨ ਹਾਰੇ ਵੀ ਭੁਗਤਣਗੇ। ਕੋਈ ਕਿਸੇ ਦੇ ਥਾਂ ਨਹੀਂ ਫੜਿਆ ਅਤੇ ਫੜ ਕੇ ਨਪੀੜਿਆ ਜਾਏਗਾ। ਵਾਹਿਗੁਰੂ ਦਾ ਐਸਾ ਬਿਰਦ ਹੈ ਕਿ ਜੋਈ ਉਸ ਦੇ ਭਗਤ ਜਨ ਜਾਚਦੇ ਹਨ, ਸੋਈ ਵਾਹਿਗੁਰੂ ਕਰਦਾ ਹੈ। ਭਗਤਾਂ ਦਾ ਆਗਿਆਕਾਰੀ ਬਣਦਾ ਹੈ। ਭਗਤਾਂ ਆਪਣਿਆਂ ਦੇ ਆਖੇ ਹੋਰ ਅਨੇਕਾਂ ਦਾ ਉਧਾਰ ਵੀ ਕਰ ਦਿੰਦਾ ਹੈ। ਅਣਜਾਚੇ ਹੀ ਕੁੱਲਾਂ ਦੀਆਂ ਕੁੱਲਾਂ ਭਗਤਾਂ ਦੀਆਂ ਤਾਰ ਦਿੰਦਾ ਹੈ। ਧੰਨ ਸੱਚਾ ਵਾਹਿਗੁਰੂ, ਧੰਨ ਧੰਨ। ਇਸੇ ਭਾਵ ਨੂੰ ਢੁਕਦਾ ਹੀ ਇਹ ਅਗਲਾ ਗੁਰਵਾਕ ਮਿਲਦਾ ਜੁਲਦਾ ਹੈ। ਯਥਾ ਗੁਰਵਾਕ।
ਅਗਮ ਅਗੋਚਰ ਦਰਸ ਤੇਰਾ, ਸੋ ਪਾਏ ਜਿਸ ਮਸਤਕ ਭਾਗ। ਆਪ ਕਿਰਪਾਲ ਕਿਰਪਾ ਪ੍ਰਭ ਧਾਰੀ, ਸਤਿਗੁਰ ਬਖਸ਼ਿਆ ਹਰ ਨਾਮ। ਕਲਯੁਗ ਉਧਾਰਿਆ ਗੁਰਦੇਵ, ਮਲ ਮੂਤ ਮੂੜ ਜੇ ਮੁਗਧ ਹੋਤੇ। ਸਭ ਲੱਗੇ ਤੇਰੀ ਸੇਵ। ਰਹਾਓ ਤੂੰ ਆਪ ਕਰਤਾ, ਸਭ ਸ੍ਰਿਸ਼ਟ ਧਰਤਾ। ਸਭ ਮੈਂ ਰਹਾ ਸਮਾਏ, ਧਰਮ ਰਾਜਾ ਬਿਸਮਾਦ ਹੋਆ। ਸਭ ਪਈ ਪੈਰੀ ਆਏ। ਸਤਜੁਗ ਤ੍ਰੇਤਾ ਦੁਆਪਰ ਭਣੀਐ, ਕਲਯੁਗ ਊਤਮੋ ਜੁਗਾ ਮਾਹੇ। ਐ ਕਰ ਕਰੇ ਸੋ ਐ ਕਰ ਪਾਏ, ਕੋਈ ਨਾ ਪਕੜਿਆ ਕਿਸੈ ਥਾਏ। ਹਰ ਜਿਉ ਸੋਈ ਕਰੈ, ਜੇ ਭਗਤ ਤੇਰੇ ਜਾਚੈ। ਇਹੋ ਤੇਰਾ ਬਿਰਦ, ਕਰ ਜੋੜ ਨਾਨਕ ਦਾਨ ਮੰਗੈ। ਆਪਣਿਆਂ ਸੰਤਾਂ ਦੇ ਹਰ ਦਰਸ। ਆਸਾ ਮਹੱਲਾ ਪੰਜਵਾਂ। ਧਰਮ ਰਾਜਾ ਹੈਰਾਨ ਇਸ ਕਰਕੇ ਹੋਇਆ ਕਿ ਉਸ ਨੂੰ ਇਹ ਉਮੀਦ ਸੀ ਕਿ ਕਲਯੁਗ ਵਿਖੇ ਲੋਕੀ ਰੱਬ ਤੋਂ ਮੁਨਕਰ ਹੋਣ ਕਰਕੇ ਬਹੁਤੇ ਨਰਕਾਂ ਦੇ ਭਾਗੀ ਹੋਣਗੇ ਅਤੇ ਉਹਦੇ ਧਰਮ ਰਾਏ ਦੇ ਹੱਥੋਂ ਨਰਕਾਂ ਵਿੱਚ ਬਹੁਤੇ ਪੈਣਗੇ। ਪਰ ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਇਸ ਤੋਂ ਉਲਟ ਉਸਨੇ ਇਹ ਦੇਖਿਆ ਕਿ ਗੁਰੂ ਸਾਹਿਬ ਦੇ ਪਰਉਪਕਾਰ ਪੁਰਸ਼ਾਰਥ ਕਰਕੇ ਸਾਰੇ ਕਲਯੁਗੀ ਜੀਵ ਹੀ ਪਰਮਾਰਥ ਵਾਲੇ ਪਾਸੇ ਝੁਕਣ ਲਈ ਆਮਾਦਾ ਹੋ ਗਏ ਹਨ। ਇਹ ਗੁਰਵਾਕ ਹੈਰਾਨਗੀ ਨਾਲ ਮੂੰਹ ਅੱਡੇ ਧਰਮ ਰਾਏ ਦੀ ਉਗਾਹੀ ਭਰਦਾ ਹੈ ਅਤੇ ਧਰਮ ਰਾਏ ਦੀ ਪੱਕੀ ਹੋਂਦ ਦਾ ਸਬੂਤ ਦਿੰਦਾ ਹੈ। ਸ੍ਰੀ ਆਸਾ ਜੀ ਦੀ ਵਾਰ ਦਾ ਪਾਠ ਕਰਦੇ ਹੋਏ ਅਸੀਂ ਹਰ ਰੋਜ਼ ਪੜ੍ਹਦੇ ਹਾਂ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ। ਆਸਾ ਦੀ ਵਾਰ ਸ਼ਲੋਕ ਮਹਲਾ ਪਹਿਲਾ। ਤਾਂ ਦੱਸੋ, ਧਰਮ ਰਾਏ ਦੀ ਹੋਂਦ ਤੋਂ ਮੁਨਕਰ ਹੋਣ ਦੀ ਕੋਈ ਗੁੰਜਾਇਸ਼ ਹੈ ਹੀ ਨਹੀਂ। ਧਰਮ ਰਾਏ ਦੀ ਹਸਤੀ ਮੰਨਣੀ ਪਈ, ਨਾਲੇ ਇੰਦਰ ਆਦਿਕਾਂ ਦੀ ਵੀ। ਇਸ ਪ੍ਰਕਾਰ ਦੇ ਪ੍ਰਥਾਇਕ ਗੁਰਵਾਕਾਂ ਤੋਂ ਮੁਨਕਰਾਂ ਦੀ ਦੁਬਿਧਾਗ੍ਰਸਤ ਦਸ਼ਾ ਵੀ ਤਿਨਾਂ ਨੂੰ ਧਰਮ ਰਾਏ ਦੇ ਦਰਬਾਰ ਵਿੱਚ ਸਜ਼ਾ ਮਿਲਣ ਦੇ ਭਾਗੀ ਬਣਾਵੇਗੀ। ਯਥਾ ਗੁਰਵਾਕ, ਜਿਸ ਨਰ ਕੀ ਦੁਬਿਧਾ ਨਾ ਜਾਏ, ਧਰਮ ਰਾਏ ਤਿਸ ਦੇ ਸਜ਼ਾਏ। ਗੁਜਰੀ ਮਹਲਾ ਤੀਜਾ। ਨਾਮ ਬਿਨਾ, ਨਾਮ ਦੀ ਕ੍ਰਿਸ਼ਮ ਕਲਾ ਵਰਤੇ ਬਿਨਾ ਸਾਰਾ ਸੰਸਾਰ ਹੀ ਦੁਬਿਧਾਗ੍ਰਸਤ ਰੋਗੀ ਹੈ। ਦੁਬਿਧਾ ਵੱਧਦਾ ਹੀ ਆਉਂਦਾ ਜਾਂਦਾ ਹੈ। ਉਸ ਨਰ ਦੀ ਦੁਬਿਧਾ ਤਾਂ ਕਦੇ ਮਿਟਦੀ ਹੀ ਨਹੀਂ ਜਿਸ ਨੂੰ ਸਤਿਗੁਰਾਂ ਦੇ ਵਾਕਾਂ ਉੱਤੇ ਪ੍ਰਤੀਤ ਨਹੀਂ ਆਉਂਦੀ। ਉਸ ਨੂੰ ਹੋਰ ਥਾਂ ਕਿਹੜਾ ਮਿਲ ਸੀ ਦੁਬਿਧਾ ਮਿਟਾਉਣ ਦਾ। ਬਸ ਧਰਮ ਰਾਏ ਦੇ ਵਸ ਹੀ ਪੈਣਗੇ। ਧਰਮ ਰਾਏ ਦੇ ਦੇਸ ਰੀਜਨ ਸੰਸਰ ਹੀ ਪਰਲੋਕ ਵਿਖੇ ਬ੍ਰਹਮ ਲੋਕ, ਰੁਦਰ ਲੋਕ ਆਦਿਕ ਤਬਕੇ ਵੀ ਹਨ। ਯਥਾ ਗੁਰਵਾਕ, ਬ੍ਰਹਮ ਲੋਕ ਅਰ ਰੁਦਰ ਲੋਕ ਆਈ ਇੰਦਰ ਲੋਕ ਤੇ ਧਾਏ। ਸਾਧ ਸੰਗਤ ਕੋ ਜੋਹਿ ਨ ਸਾਕੈ, ਮਲ ਮਲ ਧੋਵੈ ਪਾਏ। ਅਬ ਮੋਹੇ ਆਏ ਪਰਿਓ ਸ਼ਰਨ ਆਏ, ਗੋਹਜ ਪਾਵ ਕੋ ਬਹੁਤ ਪ੍ਰਜਾਰੈ। ਮੋਕੋ ਸਤਿਗੁਰ ਦਿਓ ਹੈ ਬਤਾਏ। ਰਹਾਓ ਸਿਧ ਸਾਧਿਕ ਅਰ ਜਖ ਕੇ ਨਰ ਨਰ, ਰਹੀ ਕੰਠ ਉਰਝਾਏ। ਜਨ ਨਾਨਕ ਅੰਗ ਕੀਆ ਪ੍ਰਭ ਕਰਤੈ, ਜਾ ਕੈ ਕੋਟ ਐਸੀ ਦਾਸਾਏ। ਗੁਜਰੀ ਮਹਲਾ ਪੰਜਵਾਂ। ਇਸ ਗੁਰਵਾਕ ਤੋਂ ਇਹ ਸਿੱਧ ਹੁੰਦਾ ਹੈ ਕਿ ਬ੍ਰਹਮਾ, ਮਹਾਦੇਵ, ਇੰਦਰ ਆਦਿਕ ਦੇਵਤਿਆਂ ਦੇ ਮੰਡਲ ਅਣਦ੍ਰਿਸ਼ਟੀ ਰਚਨਾ ਵਿੱਚ ਵੱਖੋ ਵੱਖ ਬਣੇ ਹੋਏ ਹਨ। ਇਹ ਮਾਇਆ ਇਹਨਾਂ ਬ੍ਰਹਮਾ, ਰੁਦਰ, ਸ਼ਿਵਜੀ, ਇੰਦਰ ਆਦਿਕ ਦੇਵਤਿਆਂ ਦੇ ਮੰਡਲਾਂ ਤੇ ਤਾਂ ਹਾਵੀ ਹੋ ਜਾਂਦੀ ਹੈ। ਇਹਨਾਂ ਮੰਡਲਾਂ ਨੂੰ ਸਰ ਕਰਕੇ ਜਦੋਂ ਇੱਧਰ ਧਾਈ ਕਰ ਆਈ ਤਾਂ ਸਾਧ ਸੰਗਤ ਵੱਲ ਮਾੜੀ ਨਿਗਾਹ ਨਾਲ ਤੱਕ ਵੀ ਨਾ ਸਕੀ, ਸਗੋਂ ਸਾਧ ਸੰਗਤ ਦੇ ਚਰਨ ਮਲ ਮਲ ਧੋਂਦੀ ਹੈ। ਵਾਹਿਗੁਰੂ ਅਤੇ ਗੁਰਸ਼ਰਣਾਈ ਆਇਆਂ ਨੂੰ ਜੋਹ ਨਹੀਂ ਸਕਦੀ। ਇਸ ਦੇ ਮੁੱਠੇ ਗਰੁੱਠੇ ਹੋਇਆਂ ਨੂੰ ਹੀ ਅੱਗੇ ਜਾ ਕੇ ਧਰਮ ਰਾਏ ਅਤੇ ਉਸ ਦੇ ਦੂਤਾਂ ਦਾ ਜ਼ੋਰ ਧੰਗਾਣਾ ਹੁੰਦਾ ਹੈ। ਇਹ ਮਾਇਆ ਮਈ ਗੁੱਜੀ ਅਗਨੀ ਬਹੁਤਿਆਂ ਨੂੰ ਸਾੜ ਕੇ ਦਗਦ ਕਰ ਦਿੰਦੀ ਹੈ। ਐਸੀ ਗੋਝ ਖਬਰ ਸਤਿਗੁਰੂ ਨੂੰ ਹੋਈ ਹੈ। ਸਿੱਧਾਂ ਸਾਧਕਾਂ ਅਤੇ ਕਰਾਮਾਤੀਆਂ, ਜੱਖਾਂ ਕਿਨਰਾਂ ਨਰਾਂ ਮਨੁੱਖਾਂ ਸਾਰਿਆਂ ਦੇ ਗਲ ਆ ਚਿਮੜਦੀ ਹੈ। ਪਰੰਤੂ ਸਤਿਗੁਰੂ ਜਿਨ੍ਹਾਂ ਨੂੰ ਅੰਗੀਕਾਰ ਕਰਦਾ ਹੈ ਤਿਨਾਂ ਦੇ ਲਵੇ ਨਹੀਂ ਲੱਗ ਸਕਦੀ, ਕਿਉਂਕਿ ਕਰਤੇ ਪੁਰਖ ਦੇ ਘਰ ਅਜਿਹੀਆਂ ਮਾਇਆ ਲక్ష్ਮੀਆਂ ਵਰਗੀਆਂ ਕਰੋੜਾਂ ਹੀ ਗੋਲੀਆਂ ਪਾਣੀ ਭਰਦੀਆਂ ਅਤੇ ਵਾਹਿਗੁਰੂ ਦੇ ਜਨਾਂ ਦੀਆਂ ਦਾਸੀਆਂ ਬਣ ਕੇ ਕਰਮ ਕਮਾਉਂਦੀਆਂ ਹਨ। ਭਗਤ ਜਨਾਂ ਦੀ ਤਾਂ ਮਾਇਆ ਦਾਸੀ ਹੈ, ਤਿਨਾਂ ਅੱਗੇ ਕਾਰ ਕਮਾਉਂਦੀ ਹੈ, ਪਰ ਭਗਤ ਜਨ ਇਸ ਤੋਂ ਅਲੇਪ ਰਹਿੰਦੇ ਹਨ। ਕੋਈ ਲੇਪ ਛੇਪ ਤਿਨਾਂ ਨੂੰ ਇਸ ਨਾਗਨੀ ਦਾ ਲੱਗਣਾ ਹੀ ਨਹੀਂ ਪਾਉਂਦਾ। ਮਨਮੁੱਖਾਂ ਸੰਸਾਰੀਆਂ ਉੱਤੇ ਅਨੇਕ ਰੂਪ ਧਾਰ ਧਾਰ ਕੇ ਆਪਣਾ ਅਸਰ ਐਸਾ ਪਾਉਂਦੀ ਹੈ ਕਿ ਉਹਨਾਂ ਨੂੰ ਆਪਣੇ ਦਾਸ ਹੀ ਬਣਾ ਲੈਂਦੀ ਹੈ। ਸਾਰੀ ਉਮਰ ਮਨਮੁੱਖ ਇਸੇ ਦੇ ਦਾਸ ਬਣੇ ਰਹਿੰਦੇ ਹਨ।
ਇਸ ਨਾਗਨੀ ਦੇ ਜਿਸ ਸਰੂਪ ਦਾ ਸਾਰੀ ਉਮਰ ਪ੍ਰਬਲ ਪ੍ਰਭਾਵ ਜਿਸ ਜਿਸ ਸੰਸਾਰੀ ਦੀ ਚਿੱਤ ਬਿਰਤੀ ਤੇ ਹਾਵੀ ਰਹਿੰਦਾ ਹੈ, ਉਹੀ ਅੰਤੀ ਅਵਸਰ ਪ੍ਰਾਣੀ ਤੇ ਭਾਰੂ ਰਹਿੰਦਾ ਹੈ ਤੇ ਉਹ ਜਿਹੀ ਚਿੰਤਾ ਅੰਦਰ ਉਹ ਮਰਦਾ ਹੈ। ਜਿਸ ਚਿੰਤਾ ਬੱਧਾ ਉਹ ਮਰਦਾ ਹੈ, ਉਸੇ ਅਨੁਸਾਰ ਉਸ ਨੂੰ ਆਵਾਗਮਣੀ ਜਨਮ ਮਿਲਦਾ ਹੈ ਤੇ ਉਹ ਜੂਨੀਆਂ ਵਿੱਚ ਪੈਂਦਾ ਰਹਿੰਦਾ ਹੈ। ਗੁਰਬਾਣੀ ਅੰਦਰ ਇਸ ਪ੍ਰਕਾਰ ਇਸ ਦਾ ਕੁਝ ਕੁ ਵਿਸਥਾਰ ਆਇਆ ਹੈ। ਯਥਾ ਗੁਰਵਾਕ ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਵਲ ਵਲ ਅਵਤਰੈ। ਅਰੀ ਬਾਈ ਗੋਬਿੰਦ ਨਾਮ ਮਤ ਬੀਸਰੈ। ਰਹਾਓ ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬੇਸਵਾ ਜੋਨ ਵਲ ਵਲ ਅਵਤਰੈ। ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸੂਕਰ ਜੋਨ ਵਲ ਵਲ ਅਵਤਰੈ। ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਵਲ ਵਲ ਅਵਤਰੈ। ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬਦਤ ਤਿਲੋਚਨ ਤੇ ਨਰ ਮੁਕਤਾ, ਪੀਤੰਬਰ ਵਾਂ ਕੇ ਹਿਰਦੈ ਬਸੈ। ਗੁਜਰੀ ਤਿਰਲੋਚਨ ਜੀ। ਵਿਆਖਿਆ। ਅੰਤਕਾਲ ਵਿਖੇ ਜੋ ਲక్ష్ਮੀ ਮਾਇਆ ਧਨ ਦਾ ਹੀ ਚਿੰਤਨ ਕਰਦਾ ਹੈ ਅਤੇ ਇਸੇ ਮਾਇਆ ਦੀ ਚਿੰਤਾ ਵਿੱਚ ਮਰਦਾ ਹੈ, ਉਹ ਮੁੜ-ਮੁੜ ਸੱਪ ਦੀ ਜੂਨੀ ਵਿੱਚ ਹੀ ਪੈਂਦਾ ਹੈ। ਇਸੇ ਕਰਕੇ ਦੇਖਿਆ ਗਿਆ ਹੈ ਕਿ ਅਕਸਰ ਕਰਕੇ ਸੱਪ ਖਜ਼ਾਨਿਆਂ ਉੱਪਰ ਰਹਿੰਦਾ ਹੈ। ਪ੍ਰਾਣੀ ਦੀ ਚਿੱਤ ਬਿਰਤੀ ਉੱਤੇ ਹਰ ਵਕਤ ਕੋਈ ਨਾ ਕੋਈ ਸੰਕਲਪ ਚਿਤਵਨੀ ਸਵਾਰ ਹੀ ਰਹਿੰਦੀ ਹੈ। ਜੋ ਪ੍ਰਬਲ ਚਿਤਵਨੀ ਅੰਤੀ ਅਵਸਰ ਚਿੱਤ ਬਿਰਤੀ ਉੱਤੇ ਹਾਵੀ ਹੁੰਦੀ ਹੈ, ਉਸੇ ਸੰਕਲਪ ਚਿਤਵਨੀ ਦਾ ਬੱਧਾ ਜੀਵ ਜਨਮ ਧਾਰਦਾ ਹੈ, ਮੁੜ-ਮੁੜ ਉਹੀ ਜਨਮ ਧਾਰਦਾ ਹੈ। ਨਾਮ ਤੋਂ ਬਿਨਾਂ ਜਿਤਨੀਆਂ ਵੀ ਚਿਤਵਨੀਆਂ ਹਨ, ਉਹ ਇਸ ਜੀਵ ਨੂੰ ਨਾਨਾ ਪ੍ਰਕਾਰ ਦੀਆਂ ਜੂਨੀਆਂ ਵਿੱਚ ਲਿਜਾ ਕੇ ਖੁਆਰ ਕਰਨ ਹਾਰੀਆਂ ਹਨ। ਇਹਨਾਂ ਜਨਮ ਜੂਨਾਂ ਦੀ ਖੁਆਰੀ ਤੋਂ ਬਚਣ ਲਈ ਇੱਕੋ ਇੱਕ ਇਲਾਜ ਬਸ ਇਹੀ ਹੈ ਕਿ ਨਾਮ ਦੀ ਹੀ ਸਿਮਰਨ ਰੂਪ ਚਿਤਵਨੀ ਮਨ ਅੰਦਰ ਵਸਾਵੇ। ਪਹਿਲਾਂ ਤੋਂ ਹੀ ਨਾਮ ਅਭਿਆਸ ਦੀ ਖਿਨ-ਖਿਨ ਦਮ-ਬਦਮ ਸਿਮਰਨ ਚਿਤਵਨੀ ਦੀ ਸੰਥਾ ਪਕਾਵੇ। ਐਸੀ ਪਕਾਵੇ ਕਿ ਅੰਤੀ ਅਵਸਰ ਨਾਮ ਬਿਨਾ ਹੋਰ ਸੰਕਲਪ ਹੀ ਨਾ ਫੁਰੇ। ਇਹ ਤਦੇ ਹੀ ਹੋ ਸਕਦਾ ਹੈ ਕਿ ਮੁੱਢ ਤੋਂ ਸੁਰਤੀ ਸੰਭਾਲਣ ਦੇ ਸਮੇਂ ਤੋਂ ਹੀ ਸਿਮਰਨ ਕਰਨ ਲੱਗ ਜਾਵੇ, ਨਹੀਂ ਤਾਂ ਆਵੈ ਅੰਤ ਨਾ ਭਜਿਆ ਜਾਈ ਦੇ ਗੁਰਵਾਕ ਅਨੁਸਾਰ ਅੰਤ ਦਾ ਅਵਸਰ ਆਉਣ ਤੇ ਭਜਨ ਹੋਣਾ ਅਤੀ ਕਠਨ ਹੈ, ਹੋ ਹੀ ਨਹੀਂ ਸਕਦਾ। ਕਿਸੇ ਵਿਰਲੇ ਦਾ ਪੂਰਬਲੇ ਜਨਮ ਦਾ ਕਰਮ ਐਸਾ ਉਗਵ ਆਇਆ ਹੋਵੇ ਤਾਂ ਭਾਵੇਂ ਕਰੋੜਾਂ ਵਿੱਚੋਂ ਕਿਸੇ ਇੱਕ ਅੱਧੇ ਦੀ ਬਿਰਤੀ ਅਚਾਨਕ ਹੀ ਸਿਮਰਨ ਵੱਲ ਆ ਲੱਗੇ, ਨਹੀਂ ਤਾਂ ਜੋ ਕਰਮ ਕਰਨ ਵਿੱਚ ਪ੍ਰਾਣੀ ਸਾਰੀ ਉਮਰ ਖਚਤ ਅਤੇ ਪ੍ਰਵਿਰਤ ਰਹਿੰਦਾ ਹੈ, ਉਹ ਕਰਮ ਕਮਾਇਣੀ ਸੰਸਕਾਰਮਈ ਸੰਕਲਪ ਹੀ ਪ੍ਰਾਣੀ ਦੀ ਅੰਤੀ ਅਵਸਰ ਚਿਤ ਬਿਰਤੀ ਨੂੰ ਚਿਮੜੇ ਰਹਿੰਦੇ ਹਨ। ਉਹਨਾਂ ਅਨੁਸਾਰ ਹੀ ਉਸ ਨੂੰ ਜਨਮ ਜੂਨੀ ਮਿਲਦੀ ਹੈ। ਮਰ ਕੇ ਹਰ ਇੱਕ ਮਨਮੁਖ ਪ੍ਰਾਣੀ ਇੱਕਦਮ ਹੀ ਜੂਨੀਆਂ ਵਿੱਚ ਨਹੀਂ ਜਾ ਪੈਂਦਾ। ਪਹਿਲਾਂ ਜਮ ਮਾਰਗ ਦੇ ਧੱਕੇ ਧੋੜੇ ਖਾਂਦਾ ਹੈ, ਨਰਕ ਸਜ਼ਾਈ ਸਹਿੰਦਾ ਹੈ, ਫੇਰ ਪੁਰਬ ਜਨਮੀ ਅੰਤਕਾਲ ਅਵਸਰੀ ਚਿਤ ਬ੍ਰਿਤੀ ਦੀ ਪ੍ਰਬਲ ਚਿਤਵਨੀ ਅਨੁਸਾਰ ਢੁਕਵੀਂ ਜੂਨ ਵਿੱਚ ਹੁਕਮ ਅਨੁਸਾਰ ਪੈਂਦਾ ਹੈ। ਇਸ ਗੇੜ ਤੋਂ ਬਚਣ ਲਈ ਕੇਵਲ ਇਹ ਉਪਾਅ ਹੈ ਕਿ ਕਿਸੇ ਖਿਨ ਵੀ ਗੋਬਿੰਦ ਨਾਮ ਉੱਕਾ ਹੀ ਨਾ ਬਿਸਰੇ। ਜਿਸ ਪ੍ਰਾਣੀ ਦੀ ਮਾਇਆਮਈ ਮੋਹ ਮਮਤਾ ਅੰਤਕਾਲ ਸਮੇਂ ਇਸਤਰੀ ਤੇ ਇਸਤਰੀ ਭੋਗਣ ਵਿੱਚ ਹੁੰਦੀ ਹੈ ਅਤੇ ਇਸੇ ਮੋਹ ਮਮਤਾਮਈ ਖਿਆਲ ਚਿੰਤਾਮਈ ਚਿਤਵਨੀਆਂ ਚਿਤਵਦਾ ਮਰ ਜਾਂਦਾ ਹੈ, ਉਹ ਅਗਲੇ ਜਨਮ ਵਿਖੇ ਵੇਸਵਾ ਦੀ ਜੂਨੀ ਵਿੱਚ ਹੀ ਮੁੜ-ਮੁੜ ਪੈਂਦਾ ਹੈ। ਜਿਸ ਮਰਨ ਲੱਗੇ ਪ੍ਰਾਣੀ ਦੀ ਸੁਰਤ ਸੰਤਾਨ ਦੀ ਮੋਹ ਮਮਤਾ ਵਿੱਚ ਹੁੰਦੀ ਹੈ, ਉਹ ਪ੍ਰਾਣੀ ਸੂਰੀ ਦੀ ਜੂਨੀ ਵਿੱਚ ਹੀ ਮੁੜ-ਮੁੜ ਪੈਂਦਾ ਹੈ, ਕਿਉਂਕਿ ਸੂਰੀ ਦੀ ਸੰਤਾਨ ਸਾਰਿਆਂ ਨਾਲੋਂ ਬਹੁਤੀ ਹੁੰਦੀ ਹੈ। ਅੰਤ ਵਿੱਚ ਚਿਤ ਚਿਤਵੇ ਸੰਕਲਪ ਦੀ ਭੋਗ ਭੋਗਣੀ ਹੀ ਪੈਂਦੀ ਹੈ। ਨਾਮ ਵਿੱਚ ਅਰੂੜ ਹੋਏ ਬਿਨਾ ਆਨ ਮਤ ਸ਼ੁਭ ਕਰਮੀ ਦੀ ਸੁਰਤੀ ਅੰਤੀ ਅਵਸਰ ਅਕਸਰ ਗੜਬੜ ਵਿੱਚ ਹੀ ਪੈ ਜਾਇਆ ਕਰਦੀ ਹੈ, ਜੋ ਉਸ ਨੂੰ ਰਸਾਤਲ ਵਿੱਚ ਲੈ ਜਾਂਦੀ ਹੈ। ਚਾਹੇ ਉਸਨੇ ਕਿਤਨੇ ਵੀ ਸ਼ੁਭ ਕਰਮ ਕੀਤੇ ਹੋਣ, ਪਰ ਉਸ ਨੂੰ ਅੰਤੀ ਅਵਸਰ ਪ੍ਰਬਲ ਚਿਤ ਬਿਰਤੀ ਦੇ ਸੰਸਕਾਰੀ ਸੰਕਲਪ ਦੇ ਹੀ ਭੋਗ ਭੋਗਣੇ ਪੈਂਦੇ ਹਨ। ਕਹਿੰਦੇ ਹਨ, ਇੱਕ ਆਨਮਤ ਅਵਲੰਬੀ ਤਪੀਸਰ ਰਿਖੀ ਨੇ ਸਾਰੀ ਉਮਰ ਤਪੱਸਿਆ ਸਾਧੀ, ਪਰ ਦੇਵਨੇਤ ਐਸੀ ਹੋਈ ਕਿ ਉਸ ਦੀ ਚਿਤ ਬਿਰਤੀ ਸੰਤਾਨ ਉਤਪਤੀ ਦੇ ਸੰਕਲਪ ਸੰਸਕਾਰਾਂ ਵੱਲ ਹੀ ਮਬਜ਼ੂਲ ਹੋ ਗਈ।
ਮਰਨ ਸਮੇਂ ਉਸ ਨੂੰ ਅਗਾਂਹ ਲੈ ਜਾਣ ਲਈ ਦੇਵਗਣ ਵੀ ਆ ਗਏ ਅਤੇ ਜਮਗਣ ਵੀ ਆ ਗਏ। ਫੜ ਕੇ ਧਰਮਰਾਜ ਪਾਸ ਲੈ ਗਏ। ਉਸ ਦੇ ਦੇਵ ਕਰਮ ਬਹੁਤੇ ਕੀਤੇ ਹੋਏ ਸਨ। ਅਸੁਰੀ ਕਰਮੀ ਸੰਸਕਾਰ ਕੇਵਲ ਅੰਤ ਸਮੇਂ ਹੀ ਉਸ ਦੀ ਬਿਰਤੀ ਤੇ ਆ ਪ੍ਰਬਲ ਪਏ ਸਨ। ਉਸ ਦੀ ਉਛਲ ਉੱਪਰ ਹੀ ਇਹ ਬਾਤ ਛੱਡ ਦਿੱਤੀ ਗਈ ਕਿ ਪਹਿਲਾਂ ਸ਼ੁਭ ਕਰਮਾਂ ਦਾ ਸਵਾਬ ਸੁਰਗ ਭੁਗਤਣਾ ਹੈ ਕਿ ਅਸੁਰ ਕਰਮੀ ਸਜ਼ਾ ਪਿਛਲੇ ਮਰਨ ਸਮੇਂ ਦੇ ਸੰਸਕਾਰ ਅਨੁਸਾਰ ਭੁਗਤਣੀ ਹੈ। ਇਹ ਭੁਗਤਣੀ ਅਵਸ਼ ਪਊ, ਭਾਵੇਂ ਸਵਰਗ ਭੁਗਤਣੀ ਪਹਿਲਾਂ ਭੁਗਤ ਲਵੇ ਭਾਵੇਂ ਪਿੱਛੋਂ। ਉਸ ਤਪਸਵੀ ਨੇ ਪਹਿਲਾਂ ਨਾਲੋਂ ਪਿੱਛੋਂ ਹੀ ਸੁਰਗ ਭੁਗਤਣਾ ਮਨਜ਼ੂਰ ਕੀਤਾ। ਉਸ ਨੂੰ ਸੂਰੀ ਦੀ ਜੂਨੀ ਵਿੱਚ ਪਾ ਦਿੱਤਾ ਗਿਆ। ਇਸ ਜੂਨੀ ਵਿੱਚ ਪੂਰਾਂ ਦੇ ਪੂਰ ਹੀ ਬੱਚੇ ਉਸਨੇ ਜਣੇ। ਜਦੋਂ ਉਸ ਦੀ ਔਧ ਵੀ ਆ ਪੁੱਜੀ ਤਾਂ ਫੇਰ ਦੇਵਗਣ ਤੇ ਜਮਗਣ ਲੈਣ ਆਏ। ਦੇਵਗਣਾਂ ਨੇ ਉਸ ਨੂੰ ਪੁੱਛਿਆ ਕਿ ਹੁਣ ਤੈਨੂੰ ਸੁਰਗਾਂ ਵਿੱਚ ਲੈ ਚਲੀਏ, ਸੂਰੀ ਦੀ ਜੂਨ ਬਹੁਤ ਭੁਗਤ ਲਈ ਹੈ। ਹੁਕਮ ਹੈ ਧਰਮ ਰਾਏ ਦਾ ਕਿ ਤੈਨੂੰ ਹੁਣ ਸੁਰਗ ਭੁਗਤਾਏ ਜਾਣ। ਤਾਂ ਉਸਨੇ ਉੱਤਰ ਦਿੱਤਾ ਕਿ ਮੈਨੂੰ ਤੁਹਾਡੇ ਦੱਸੇ ਸੁਰਗਾਂ ਨਾਲੋਂ ਇਹ ਸੂਰੀ ਦੀ ਜੂਨੀ ਹੀ ਚੰਗੀ ਹੈ। ਇਸ ਸੰਤਾਨ ਨੂੰ ਛੱਡ ਕੇ ਕਿਤੇ ਵੀ ਜਾਣ ਨੂੰ ਜੀ ਨਹੀਂ ਚਾਹੁੰਦਾ। ਸੁਰਗ ਬਹਿਸ਼ਤਾਂ ਸਾਰੀਆਂ ਹੇਠ ਹਨ। ਤੁਹਾਡੇ ਧਰਮ ਰਾਏ ਦਾ ਵਾਸਤਾ ਮੈਨੂੰ ਇਸ ਸੰਤਾਨ ਤੋਂ ਨਾ ਵਿਛੋੜੋ। ਇਸ ਦੀ ਇਹ ਅਧੋਗਤੀ ਦੇਖ ਕੇ ਦੇਵਗਣਾਂ ਨੇ ਉਸ ਨੂੰ ਉਸ ਦੇ ਪੂਰਬਲੇ ਜਨਮ ਦੀ ਤਪੱਸਿਆ ਚੇਤੇ ਕਰਾਈ ਕਿ ਤੈਂ ਐਸੀ ਗਿਆਨਮਈ ਤਪੱਸਿਆ ਸਾਧੀ ਹੈ। ਗੱਲ ਕੀ ਜਦ ਉਸ ਦੀ ਪੂਰਬਲੀ ਯਦਾਸ਼ਤ ਸਾਰੀ ਜਾਗਰਤ ਵਿੱਚ ਸਾਵਧਾਨ ਕਰ ਦਿੱਤੀ ਤਾਂ ਉਸ ਨੂੰ ਬਹੁਤ ਹੀ ਸ਼ਰਮਸਾਰੀ ਹੋਈ। ਓਹੋ, ਕੈਸੀ ਰਸਾਤਲੀ ਗਾਰਤ-ਗਰੀ ਵਿੱਚ ਨਿਖਰਤਾ ਹੋ ਰਹੀ ਸੀ। ਬੜਾ ਪਛਤਾਓ ਕੀਤਾ ਤਾਂ ਮਨਜ਼ੂਰ ਕੀਤਾ ਸੁਰਗਾਂ ਵਿੱਚ ਜਾਣਾ, ਨਹੀਂ ਤਾਂ ਉਸ ਨੂੰ ਸੂਕਰ ਜੋਨ ਵਿੱਚ ਹੀ ਵੱਲ-ਵੱਲ ਅਵਤਰਨ ਦੀ ਲਿਲ ਲੱਗੀ ਹੋਈ ਸੀ। ਅੰਤਲੀ ਲਿਲ ਇਉਂ ਖਰਾਬ ਕਰਦੀ ਹੈ ਆਨਮਤ ਕਰਮਚਾਰੀਆਂ ਨੂੰ। ਇਹ ਕੇਵਲ ਗੁਰਮਤ ਨਾਮ ਦੀ ਕਮਾਈ ਹੀ ਹੈ ਜੋ ਇੱਧਰ ਉੱਧਰ ਦੇ ਠਿੱਠਰ ਬਿੱਠਰ ਫੁਰਨੇ ਕਫੁਰਨੇ ਅੰਤੀ ਅਵਸਰ ਸਫੁਰਨ ਨਹੀਂ ਹੋਣ ਦਿੰਦੀ। ਨਾਮ ਅਭਿਆਸ ਨਾਲ ਸਾਰੇ ਸੰਸਕਾਰ ਨਾਮ ਦੀ ਪਾਰਸ ਸ਼ਕਤ ਦੀ ਬਰਕਤ ਨਾਲ ਦਗਦ ਹੋ ਜਾਂਦੇ ਹਨ।